ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਚਰਚਾ ਚਾਹੇ ਇਹ ਚੱਲ ਰਹੀ ਹੈ ਕਿ ਚੀਨ ਤੇ ਭਾਰਤ ਦੀਆਂ ਫੌਜਾਂ ਸਮਝੌਤੇ ਤਹਿਤ ਪਿੱਛੇ ਹਟਣ ਲੱਗੀਆਂ ਨੇ, ਅਜੀਤ ਡੋਵਾਲ ਦੀ ਭੂਮਿਕਾ, ਨਰਿੰਦਰ ਮੋਦੀ ਦਾ ਲਦਾਖ ਸਰਹੱਦ ਤੇ ਜਾਣਾ, ਸਾਰਾ ਕੁਝ ਚਰਚਾ ਵਿੱਚ ਹੈ। ਪਰ ਜਿੱਥੋਂ ਤੱਕ ਪੰਜਾਬ ਦੀ ਗੱਲ ਕਰੀਏ, ਬੇਅਦਬੀ ਕਾਂਡ ਦਾ ਮਾਮਲਾ ਇੱਕ ਵਾਰ ਫਿਰ ਉਸ ਸਮੇਂ ਚਰਚਾ ਚਾਹੁੰਦਾ ਹੈ ਜਦੋਂ ਸਿੱਟ ਜਾਂਚ ਦੇ ਵਿੱਚ ਬਾਕਾਇਦਾ ਮੁਕੱਦਮੇ ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦਾ ਨਾਮ ਦਰਜ ਕਰਦੀ ਹੈ। ਸੋ ਇਸ ਨਾਮ ਦਰਜ ਨਾਲ ਪੰਜਾਬ ਦੀ ਸਿਆਸਤ 'ਚ ਕੀ ਅਸਰ ਪਏਗਾ ਤੇ ਲੋਕਾਂ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਜਦੋਂ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਸਾਹਮਣੇ ਆਉਂਦੀਆਂ ਨੇ, ਕਿ ਉਹਨਾਂ ਨੂੰ ਸਹੀ ਮਾਇਨੇ 'ਚ ਇਨਸਾਫ ਮਿਲੇਗਾ। ਇਹ ਇਨਸਾਫ ਵੱਲ ਵੱਧਦੇ ਕਦਮ ਨੇ ਜਾਂ ਪੰਜਾਬ ਦੀਆਂ 2022 ਦੀਆਂ ਚੋਣਾਂ ਵੱਲ ਵੱਧਦੇ ਕਦਮ ਨੇ? ਜਦੋਂ ਬੇਅਦਬੀ ਕਾਂਡ ਦੇ ਦੌਰਾਨ ਉਸ 2015 ਤੋਂ ਲੈ ਕੇ ਹੁਣ ਤੱਕ ਜੇ ਸਿਆਸਤ ਹੁੰਦੀ ਰਹੀ ਆ ਕਿ ਹੁਣ 2020 ਤੋਂ ਲੈ ਕੇ 2022 ਤੱਕ ਫਿਰ ਇਸ ਮੁੱਦੇ ਤੇ ਸਿਆਸਤ ਹੋ ਕੇ ਪੰਜਾਬ ਦੀ ਸੱਤਾ ਹਾਸਲ ਕਰਨ ਦੀ ਚਰਚਾ ਤਾਂ ਨਹੀਂ। ਸੋ ਇਹਨਾਂ ਸਾਰੀਆਂ ਚਰਚਾਵਾਂ ਦੇ ਵਿੱਚੋਂ ਕੀ ਨਿਕਲ ਕੇ ਆ ਰਿਹਾ, ਉਹ ਸਾਰੇ ਮਸਲੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਹਮੀਰ ਸਿੰਘ ਭਾਜੀ ਸਾਡੇ ਨਾਲ ਨੇ। ਹਮੀਰ ਸਿੰਘ ਭਾਜੀ, ਸਵਾਗਤ ਕਰਦੇ ਹਾਂ ਤੁਹਾਡਾ। ਜੀ ਸ਼ੁਕਰੀਆ ਭਾਜੀ। ਜਦੋਂ ਇਹ ਪਹਿਲਾ ਕਾਂਡ ਵਾਪਰਦਾ ਹੈ, ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਹੈ, ਫਿਰ ਲੁਕੋਇਆ ਜਾਂਦਾ, ਫਿਰ ਉਸ ਤੋਂ ਬਾਅਦ ਉਹਦੀ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਹੈ, ਤੇ ਹੁਣ ਉਸ ਮਸਲੇ ਨੂੰ 5 ਸਾਲਾਂ ਬਾਅਦ ਸਿੱਟ ਲਿਆ ਕੇ ਇੱਥੇ ਖੜਾ ਕਰ ਰਹੀ ਹੈ ਕਿ ਉਹਦੇ ਸਾਰੀਆਂ ਤਾਰਾਂ ਸਿਰ ਸਾਡੇ ਦੇ ਨਾਲ ਜੁੜੀਆਂ ਨੇ ਤੇ ਗੁਰਮੀਤ ਰਾਮ ਰਹੀਮ ਦਾ ਨਾਮ ਦਰਜ ਹੈ, ਅਸੀਂ ਉਹ ਤੋਂ ਪੁੱਛਗਿੱਛ ਕਰਨ ਜੇਲ੍ਹ ਤੱਕ ਜਾਵਾਂਗੇ। ਕੀ ਇਹ ਲੋਕਾਂ ਨੂੰ ਇਨਸਾਫ ਮਿਲਣ ਵੱਲ ਵੱਧਦਾ ਕਦਮ ਹੈ ਜਾਂ ਫਿਰ ਪੰਜਾਬ ਦੇ ਲੋਕਾਂ ਨਾਲ ਇੱਕ ਰਾਜਨੀਤਿਕ ਚਾਲ ਹੈ? ਮੈਨੂੰ ਲੱਗਦਾ ਕਿ ਇਹਦੇ ਬਾਰੇ ਸਾਨੂੰ ਓਵਰਆਲ ਸਮਝਣ ਵਾਸਤੇ ਉਦੋਂ ਵੀ ਪਿੱਛੇ ਥੋੜਾ ਜਿਹਾ ਜਾਣਾ ਪਏਗਾ ਜੀ। ਖਾਸ ਤੌਰ ਤੇ ਜਿਹੜੀਆਂ 2007 ਦੀਆਂ ਵਿਧਾਨ ਸਭਾ ਚੋਣਾਂ ਸੀ, ਜਦੋਂ 2007 ਦੀਆਂ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ ਤੇ ਮਈ ਦੇ ਵਿੱਚ ਜਿਹੜਾ ਡੇਰਾ ਮੁਖੀ ਦੇ ਇੱਕ ਐਲੀਗੇਸ਼ਨ ਲੱਗਦਾ ਹੈ ਤੇ ਉਹਦੀਆਂ ਫੋਟੋਆਂ ਛਪਦੀਆਂ ਨੇ ਅਖਬਾਰ ਦੇ ਵਿੱਚ, ਬਿਲਕੁਲ, ਕਿ ਉਹਨੇ ਗੁਰੂ ਗੋਬਿੰਦ ਸਿੰਘ ਵਰਗਾ ਲਿਬਾਸ ਪਾਇਆ ਤੇ ਇੱਕ ਅਮਰਤ ਨੂੰ ਵੀ ਥੋੜਾ ਜਿਹਾ ਉਹ ਜਿਹਾ ਇੱਕ ਤਰੀਕੇ ਕਾਰ ਨਾਲ ਆਪਦਾ ਜਾਮੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ ਬਿਲਕੁਲ। ਉਹਦੇ ਚ ਵੀ ਇਹ ਸੀ ਕਿ ਫੋਟੋਆਂ ਪਹਿਲਾਂ ਨਹੀਂ ਛਪੀਆਂ ਸੀ, ਜਦੋਂ ਲੰਘ ਗਿਆ ਸੀ ਕਈ ਦਿਨ ਬਾਅਦ ਫੋਟੋਆਂ ਵੱਡੇ ਪੱਧਰ ਤੇ ਛਪੀਆਂ। ਇਹਦਾ ਮਤਲਬ ਇੱਕ ਪਲਾਨਿੰਗ ਦਾ ਕੋਈ ਨਾ ਕੋਈ ਹਿੱਸਾ ਸੀ। ਉਦੋਂ ਅਕਾਲੀ ਦਲ ਸੱਤਾ ਚ ਆਇਆ, ਅਕਾਲੀ ਬੀਜੇਪੀ ਸੱਤਾ ਸੀਗੀ, ਤੇ ਸ਼ਾਇਦ ਅਕਾਲੀ ਦਲ ਨੂੰ ਉਦੋਂ ਇਹ ਸੀਗਾ ਕਿ 2007 ਚ ਔਰ ਵੱਡੇ ਪੱਧਰ ਤੇ ਜਿਹੜਾ ਡੇਰਾ ਸਿਰਸਾ ਨੇ ਤੈਅ ਕਰਕੇ ਕਾਂਗਰਸ ਨੂੰ ਵੋਟਾਂ ਪਾਈਆਂ। ਔਰ ਜੇ ਉਦੋਂ ਵੀ ਦੇਖਦੇ ਤੇ ਮਾਲਵੇ ਚੋਂ ਅਕਾਲੀ ਦਲ ਦਾ ਲਗਭਗ ਸਫਾਈ ਵਰਗਾ ਹੋ ਗਿਆ ਸੀ। ਇਹ ਤਾਂ ਮਾਝੇ ਦੁਆਬੇ ਕਰਕੇ ਔਰ ਬੀਜੇਪੀ ਕਰਕੇ ਇੱਕ ਸਰਕਾਰ ਬਣ ਗਈ, ਮਤਲਬ ਬਹੁਤ ਥੋੜੀਆਂ ਸੀਟਾਂ ਤੇ ਉਹ ਹੋਈਆਂ ਸੀ। ਔਰ ਇਸ ਕਰਕੇ ਉਦੋਂ ਅਕਾਲੀ ਦਲ ਨੇ ਜਿਸ ਤਰੀਕੇ ਦਾ ਹਮਲਾਵਰ ਰੁਖ ਡੇਰਾ ਮੁਖੀ ਦੇ ਖਿਲਾਫ, ਨਾ ਕੇਵਲ ਕਿਹੜਾ ਡੇਰਾ ਮੁਖੀ ਦੇ ਜਥੇਦਾਰ ਅਕਾਲ ਤਖਤ ਨੇ ਹੁਕਮਨਾਮਾ ਜਾਰੀ ਕੀਤਾ, ਔਰ ਈਵਨ ਡੇਰੇ ਜਿਹੜਾ ਜਾਂਦਾ ਸੀ ਉਹਦੇ ਨਾਲ ਵੀ ਕੋਈ ਸੰਬੰਧ ਨਾ ਰੱਖਣਾ, ਔਰ ਉਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾ ਦੇਣਾ, ਤੇ ਇੱਕ ਵੱਡੇ ਪੱਧਰ ਤੇ ਈਵਨ ਉਦੋਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਡੇਰੇ ਦੇ ਫਾਲੋਅਰਾਂ ਤੋਂ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਧਾਰਮਿਕ ਇਕੱਤਰਤਾਵਾਂ ਹੁੰਦੀਆਂ ਸੀ ਉਹਨਾਂ ਨੂੰ ਬੰਦ ਕਰਾ ਦੇਣਾ। ਇੱਕ ਬਹੁਤ ਵੱਡਾ ਚਰਚਾਵਾਂ ਰੋਕੀਆਂ। ਮਤਲਬ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਜ਼ਿਆਦਾ ਇੱਕ ਖੇਮੇਬੰਦੀ ਹੋ ਗਈ ਸੀ ਪੂਰੀ ਤਰ੍ਹਾਂ, ਕਿਉਂਕਿ ਇੱਕ ਗਰੀਬ ਸੈਕਸ਼ਨ ਜਿਹੜਾ ਦਲਿਤ ਸੈਕਸ਼ਨ ਡੇਰੇ ਜਾਂਦਾ ਸੀ ਜ਼ਿਆਦਾ, ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀਆਂ ਚੋਂ ਸ਼੍ਰੋਮਣੀ ਕਮੇਟੀ ਨੇ ਜਾਤ ਆਧਾਰ ਤੇ ਆਪਣੇ ਢੰਗ ਨਾਲ ਪੂਰੀ ਤਰ੍ਹਾਂ ਨਾਲ ਨਹੀਂ ਲਾਇਆ, ਸਗੋਂ ਠੀਕ ਹੈ, ਤੇ ਉਹ ਦੂਰ ਸੀਗੇ। ਇਹਨਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਦਲਿਤ ਵਰਗ ਜਾਂ ਗਰੀਬ ਵਰਗ ਦੂਰ ਹੁੰਦਾ ਰਿਹਾ, ਕਿਉਂਕਿ ਉਹਨੂੰ ਅਕੋਮੋਡੇਟ ਨਹੀਂ ਕੀਤਾ। ਉਦੋਂ ਇੰਨਾ ਜ਼ਿਆਦਾ ਅਤਿਆਚਾਰ ਔਰ ਤਸ਼ੱਦਦ ਉਹਨਾਂ ਤੇ ਹੁੰਦਾ ਦਿਖਾਈ ਦਿੱਤਾ ਹੈ ਐਜ ਏ ਹਿਊਮੈਨਿਟੀ, ਉਸ ਪੱਧਰ ਦੇ ਉੱਤੇ ਸਾਡੇ ਸਾਹਮਣੇ ਸੀ। ਪਰ ਚਲਦੇ ਚਲਦੇ ਫਿਰ ਇਹ ਹੋ ਗਿਆ ਕਿ ਅਗਲੀ ਇਲੈਕਸ਼ਨ ਦੇ ਵਿੱਚ ਜਾਂ ਤਾਂ ਉਹ ਟੈਰਰਾਈਜ਼ ਸੀ ਜਾਂ ਜਿਵੇਂ ਵੀ ਸੀ, ਇਹ ਕਿਹਾ ਜਾਂਦਾ ਹੈ ਕਿ ਡੇਰੇ ਦੇ ਵੱਡੇ ਪੱਧਰ ਤੇ ਵੋਟਾਂ 2012 ਦੇ ਵਿੱਚ ਅਕਾਲੀ ਦਲ ਨੂੰ ਪਈਆਂ ਨੇ, ਕਿਉਂਕਿ ਉਹਨੂੰ ਲੱਗਿਆ ਵੀ ਇੱਥੇ ਅਕਾਲੀ ਬੀਜੇਪੀ ਨਾਲ ਕਰਨਾ ਹੈ ਔਰ ਉਹਦੇ ਨਾਲ ਚੱਲਣਾ ਪਏਗਾ ਉਸੇ ਪੱਧਰ ਤੇ, ਕੇਸ ਵਾਪਸ ਹੋ ਜਾਣਗੇ, ਫਿਰ ਉਹ ਹੋ ਜਾਣਗੇ। ਫਿਰ ਉਹਦੀਆਂ ਫਿਲਮਾਂ ਦਾ ਮਾਮਲਾ ਆਇਆ, ਫਿਲਮਾਂ ਲੱਗਣ ਦਾ, ਤੇ 1 2 3 ਜਿਹੜੀਆਂ ਸਾਰੀਆਂ ਸੀ ਪਹਿਲਾਂ ਬੈਨ ਹੋ ਗਿਆ, ਫਿਰ ਉਹਨੂੰ ਛਡਾਤਾ, ਫਿਰ ਬਾਕੀ ਦੀਆਂ ਚੀਜ਼ਾਂ ਨੇ। ਔਰ ਉਹ ਸਾਰੇ ਮਾਮਲੇ ਦੇ ਵਿੱਚ ਜਦ 2012 ਤੱਕ ਆਉਂਦੇ ਇੱਕ ਐਗਰੀਮੈਂਟ ਹੋ ਗਿਆ ਲੱਗਦਾ ਸੀ। ਇਹ ਲੱਗਦਾ ਸੀ ਜਿਵੇਂ ਅੰਦਰ ਖਾਤੇ ਇੱਕ ਸਮਝੌਤਾ ਹੋ ਗਿਆ, ਇੱਕ ਸਮਝੌਤਾ। ਇਹ ਚਰਚਾਵਾਂ ਚੱਲਦੀਆਂ ਵੀ ਰਹੀਆਂ ਤੇ ਲੋਕ ਅਖਬਾਰਾਂ 'ਚ ਖਬਰਾਂ ਵੀ ਛਪਦੀਆਂ ਰਹੀਆਂ, ਬਲਕਿ ਉਦੋਂ ਪਹਿਲਾਂ ਵੀ DIG ਰਣਵੀਰ ਖੱਟੜਾ ਜਿਹੜੇ ਹੁਣ SIT ਦੇ ਨੇ, ਮੋਹਾਲੀ ਦੇ ਵਿੱਚ ਇਹ SSP ਸੀਗੇ, ਔਰ ਇੱਥੇ ਡੇਰੇ ਮੁਖੀ ਦਾ ਇੱਕ ਹਿੰਦੀ 'ਚ ਲੈਟਰ ਆਇਆ ਸੀ ਮਾਫੀਨਾਮੇ ਦਾ ਟਾਈਪ ਜਿਹਾ, ਉਦੋਂ ਵੀ ਇੱਕ ਇਬਾਰਤ ਲਿਖੀ ਗਈ ਸੀ ਵੀ ਸ਼ਾਇਦ ਸਮਝੌਤਾ ਹੋ ਗਿਆ ਜਾਂ ਹੋ ਜਾਏਗਾ, ਤੇ ਉਹ ਫਿਰ ਸਿਰੇ ਨਹੀਂ ਸੀ ਚੜਿਆ। ਉਦੋਂ ਵੀ ਇਹ ਇੱਕ ਲੈਵਲ ਦਾ ਵਿਚੋਲਗੀ ਦੇ ਤੌਰ ਤੇ ਸ਼ਾਮਲ
ਖਬਰਾਂ ਛਪੀਆਂ ਅੱਛਾ ਕਿ ਕੁਝ ਪੁਲਿਸ ਅਫਸਰ ਜਿਹੜੇ ਕਰਾ ਰਹੇ ਨੇ। ਅੱਛਾ, ਉਹ ਚ ਖਟੜਾ ਉਹਨਾਂ ਦਾ ਨਾਂ ਚੱਲਦਾ, ਖਟੜਾ ਉਹਨਾਂ ਦਾ ਨਾਂ, ਉਹਨਾਂ ਦਾ ਘਰ, ਕਿਉਂਕਿ ਇੱਥੇ ਐਸਐਸਪੀ ਸੀਗੇ ਤੇ ਮੋਹਾਲੀ ਦੇ ਵਿੱਚੋਂ ਇੱਕ ਫੈਕਸਾਂ ਤੋਂ ਲੋਕਾਂ ਨੂੰ ਹੋ ਗਿਆ ਇੱਕ ਜਿਹੜਾ ਮਾਫੀਨਾਮੇ ਦਾ ਉਸ ਲੈਵਲ ਤੇ। ਫਿਰ ਉਹ ਇਨਕਾਰ ਕਰਤਾ ਕਿ ਉਹ ਮਾਫੀਨਾਮਾ ਠੀਕ ਨਹੀਂ, ਨਾ ਉੱਤੇ ਕਿਸੇ ਦੇ ਦਸਖਤ ਨੇ ਨਾ ਕੁਛ ਹੋਰ ਨੇ, ਉਹ ਗੱਲ ਬਣੀ ਨਹੀਂ। ਪਰ ਇਸ ਤੋਂ ਬਾਅਦ ਫਿਰ ਜ਼ਿਆਦਾ ਜਦੋਂ ਉਹਨਾਂ ਨੇ ਵੋਟਾਂ ਜਾਂ ਉਹਦੇ ਨਾਲ ਐਡਜਸਟਮੈਂਟ ਹੋ ਗਈ ਸਾਰੇ ਟਾਈਪ ਦੀ, ਉਸ ਤੋਂ ਬਾਅਦ ਇਹ ਸਤੰਬਰ ਦੇ ਵਿੱਚ ਹੀ ਗੱਲ ਚੱਲਣ ਲੱਗੀ ਸੀ। 24 ਸਤੰਬਰ 2015 ਨੂੰ ਅੱਛਾ ਜੀ, ਜਥੇਦਾਰ ਅਕਾਲ ਤਖਤ ਨੇ ਮਾਫੀਨਾਮਾ ਪ੍ਰਵਾਨ ਕਰ ਲਿਆ। ਤੇ ਮਾਫੀਨਾਮਾ ਪ੍ਰਵਾਨ ਕੀਤਾ ਗਿਆ ਇਹੋ ਜਿਹਾ ਕਿ ਉਹਦੇ ਨਾਲ ਉਦੋਂ ਬਾਅਦ ਫਿਰ ਕਿਵੇਂ ਹੋਇਆ ਵੀ ਇਹ ਸਹਿਮਤੀ ਹੈ। ਸ਼੍ਰੋਮਣੀ ਕਮੇਟੀ ਨੇ ਲੱਖਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਉਹਦੇ ਪੱਖ 'ਚ ਕਿ ਟੈਨਸ਼ਨ ਮਰੂਬ ਹੈ, ਸਰਬੱਤ ਦੇ ਭਲੇ ਦੀ ਗੱਲ ਹੈ, ਆਪਾਂ ਨੂੰ ਇਹ ਗੱਲ ਨਿਬੇੜਨੀ ਚਾਹੀਦੀ ਹੈ। ਵੈਸੇ ਤਾਂ ਗੱਲ ਨਿਬੜੇ, ਚੰਗੀ ਗੱਲ ਹੈ, ਪੰਜਾਬ 'ਚ ਅਮਨ ਸ਼ਾਂਤੀ ਸਰਬੱਤ ਦੇ ਭਲੇ ਦੀ ਕਨਸੈਪਟ ਤੋਂ ਸ਼ੁਰੂ ਤੋਂ ਹੀ ਸਾਨੂੰ ਇਹ ਲੈਣਾ ਚਾਹੀਦਾ ਸੀ ਵਿਊ ਕਿ ਉਸ ਪੱਧਰ ਦੇ ਉੱਤੇ ਨਹੀਂ ਸੀ ਜਾਣਾ ਚਾਹੀਦਾ। ਪਰ ਉੱਥੇ ਉਹ ਮਸਲਾ ਕੁਝ ਹੋਰ ਸੀ, ਉੱਥੇ ਮਸਲਾ ਹੋਰ ਸੀ ਕਿਉਂਕਿ ਪਹਿਲਾਂ ਤੇਜ਼ੀ ਕੀਤੀ ਡੇਰੇ ਦੇ ਖਿਲਾਫ, ਜਿਹੜੀ ਈਵਨ ਨਿਰੰਕਾਰੀ ਮਾਮਲਾ ਵੀ ਹੋਇਆ ਸੀਗਾ 1978 ਚ ਜੀ। ਉਦੋਂ ਵੀ ਅਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ, ਪਹਿਲਾਂ ਮਹਾਰਾਜ ਦੀ ਕਮੇਟੀ ਬਣੀ, ਕਮੇਟੀ ਨੇ ਵਿਊ ਇਕੱਠੇ ਕੀਤੇ, ਜਥੇਦਾਰ ਨੂੰ ਦਿੱਤੇ, ਫੇਰ ਹੋਇਆ। ਇਹ ਤਾਂ ਇਹੋ ਜਿਹਾ ਕੁਝ ਵੀ ਨਹੀਂ ਹੋਇਆ, ਇਹ ਤਾਂ ਕੁਝ ਵੀ ਨਹੀਂ ਹੋਇਆ ਹੈ ਨਾ। ਇਹਦੇ ਤਾਂ ਚੱਕ ਕੇ ਤੁਸੀਂ ਉਹ ਫੈਸਲਾ ਕਰ ਦਿੰਦੇ ਹੋ। ਇਹ ਫਿਰ ਜਿਹੜਾ 24 ਸਤੰਬਰ ਦਾ ਘਟਨਾ ਸੀ, ਉਹਨੇ ਪੰਜਾਬ ਦੇ ਵਿੱਚ ਸਿੱਖ ਸੈਂਟੀਮੈਂਟ ਦੇ, ਸਿੱਖ ਭਾਵਨਾ ਨੂੰ ਬਹੁਤ ਵੱਡਾ ਧੱਕਾ ਵੱਜਿਆ ਤੇ ਲਗਾਤਾਰ ਜਿਹੜੇ ਲੋਕ ਨੇ ਉਹ ਬਾਗੀਆਨਾ ਰੂਪ ਦੇ ਵਿੱਚ ਆ ਗਏ, ਇੱਕ ਟਾਈਪ ਦਾ ਕਿ ਗਲਤ ਕੀਤਾ, ਇਸ ਲੈਵਲ ਤੇ ਆ ਕੀਤਾ। ਉਦੋਂ ਦੋ ਗੱਲਾਂ ਲਗਾਤਾਰ ਚੱਲ ਰਹੀਆਂ ਸੀ। ਉਸੇ ਸਮੇਂ ਕਿਸਾਨ ਮੂਵਮੈਂਟ ਵੀ ਚੱਲ ਰਹੀ ਸੀ ਰੇਲਾਂ ਰੋਕਣ ਦੇ ਮਾਮਲੇ ਤੇ ਹੋਰ ਲੈਵਲ ਦੇ। ਉਸੇ ਸਮੇਂ ਇਹ ਪੰਥਕ ਏਜੰਡਾ ਆ ਗਿਆ ਕਿਉਂਕਿ ਤੁਸੀਂ ਉਹ ਨਹੀਂ ਕਰ ਸਕਦੇ। ਔਰ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦਾ ਮਾਮਲਾ 1 ਜੂਨ ਦਾ ਹੈ, ਬਿਲਕੁਲ, ਜਵਾਰ ਸਿੰਘਾਲਾ ਪਿੰਡ ਤੋਂ। ਹਾਂਜੀ, 2 ਜੂਨ ਨੂੰ FIR ਲਿਖਾਉਂਦੇ ਨੇ, ਪਿੰਡ ਦੇ ਬੰਦੇ DC ਨੂੰ ਵੀ ਮਿਲਦੇ ਨੇ, SSP ਨੂੰ ਵੀ ਮਿਲਦੇ ਨੇ। ਉਹਨਾਂ ਚਿਰ ਇਹ ਮਾਮਲਾ ਮੁੱਦਾ ਨਹੀਂ ਬਣਦਾ ਬਿਲਕੁਲ ਵੱਡੇ ਪੱਧਰ ਦੇ ਉੱਤੇ। ਇਹ ਮੁੱਦਾ ਬਣਦਾ ਹੈ ਉਸ ਤੋਂ ਬਾਅਦ ਆ ਕੇ ਅਕਤੂਬਰ ਦੇ ਵਿੱਚ, ਅਕਤੂਬਰ ਜਦੋਂ ਬੇਅਦਬੀ ਕਾਂਡ, ਈਵਨ 12 ਅਕਤੂਬਰ ਦੇ ਨੇੜੇ ਤੇੜੇ ਆ ਕੇ। ਔਰ ਜਦੋਂ ਫਿਰ ਉਹ ਵਰਕੇ ਖਿਲਰੇ ਮਿਲਦੇ ਨੇ, ਫਿਰ ਕਿਉਂਕਿ ਉਹ ਪਹਿਲਾਂ ਵਾਲਾ ਇੱਕ ਸੈਂਟੀਮੈਂਟ ਚੱਲ ਰਿਹਾ ਸੀ ਲਗਾਤਾਰ, ਔਰ ਉਸ ਸੈਂਟੀਮੈਂਟ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਹੋਰ ਜ਼ਿਆਦਾ ਭਾਵਨਕ ਲੋਕਾਂ ਨੂੰ ਕੀਤਾ। ਤਾਂ ਬਾਈਬਲ ਕਲਾਂ ਇੱਕ ਮੋਰਚਾ ਜਿਹੜਾ ਲੱਗਿਆ, ਜਾਂ ਜਿਸ ਲੈਵਲ ਦਾ 2-3 ਦਿਨ ਗੋਲੀकांड ਵਾਪਰਿਆ, ਫਿਰ ਉਹ ਗੋਲੀकांड ਵਾਪਰਿਆ, 2 ਬੰਦਿਆਂ ਦੀਆਂ ਜਾਨਾਂ ਗਈਆਂ। ਔਰ ਉਸ ਤੋਂ ਬਾਅਦ ਵੀ ਫੇਰ ਕੀ ਕੀਤਾ, ਈਵਨ ਐਡਾ ਵੱਡਾ ਪ੍ਰੈਸ਼ਰ ਸੀ, ਇਹਦੇ ਬਾਵਜੂਦ 2 ਸਿੱਖ ਮੁੰਡੇ ਹੀ ਚੱਕ ਲੈ ਗਏ। ਔਰ ਇੱਕ ਪ੍ਰੈਸ ਕਾਨਫਰੰਸ ਕੀਤੀ ਡਿਪਟੀ CM DGP ਨੇ ਕਿ ਮਾਮਲਾ ਸੋਲਵ ਕਰ ਲਿਆ, ਵਿਦੇਸ਼ੀ ਸ਼ਹਿਰ ਤੇ ਵਿਦੇਸ਼ਾਂ ਤੋਂ ਫੰਡ ਆਇਆ, ਇਹਨੂੰ ਐਵੇਂ ਆਇਆ, ਮਾਮਲਾ ਹੱਲ ਹੋ ਗਿਆ ਜੀ। ਇਹ ਵੀ ਦਿਖਾਇਆ, ਉਹ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ। ਔਰ ਜਦੋਂ ਵੱਡੇ ਪੱਧਰ ਤੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ, ਉਦੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਗੋਲੀकांड ਤੋਂ ਤੁਰੰਤ ਬਾਅਦ ਜਿਹੜੇ ਸਿੱਖਾਂ ਦਾ ਇੱਕ ਸੈਂਟੀਮੈਂਟ ਪਹਿਲਾਂ ਹੀ ਖਿਲਾਫ ਸੀ, ਸੁਮੇਧ ਸੈਣੀ ਦੇ ਬਤੌਰ DGP ਨੂੰ ਹਟਾਉਣਾ ਪਿਆ ਤੁਰੰਤ। ਬਿਲਕੁਲ, DGP ਨੂੰ ਹਟਾ ਕੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਉਣਾ ਪਿਆ। ਤੇ ਫਿਰ ਇੱਕ ਪ੍ਰੈਸ਼ਰ ਹੋ ਕੇ ਵੀ ਤੁਹਾਡੇ ਤੇ ਯਕੀਨ ਹੈ ਨਹੀਂ, ਫਿਰ ਮਾਮਲਾ CBI ਨੂੰ ਦੇਣਾ ਪਿਆ। 3 ਫੈਸਲੇ ਬਿਲਕੁਲ ਜਿਹੜੇ ਅਕਾਲੀ BJP ਨੂੰ ਇਸ ਮਾਮਲੇ ਤੇ ਗੱਲ ਕਰਨੀ ਪਈ। ਔਰ ਇੱਕ ਇਲਜ਼ਾਮ ਤੋਂ ਅਕਾਲੀ ਉਦੋਂ ਤੱਕ ਬਚੇ ਨਹੀਂ ਹੈ ਕਿ ਜਿੰਨਾ ਚਿਰ 2015 ਤੋਂ 2017 ਤੱਕ ਤੁਸੀਂ ਰਹੇ, ਤੁਸੀਂ ਦੋਸ਼ੀਆਂ ਦੀ ਪਹਿਚਾਣ ਨਹੀਂ ਕਰ ਸਕੇ, ਤੁਸੀਂ ਉਹਨੂੰ ਫੜ ਨਹੀਂ ਸਕੇ, ਤੁਸੀਂ ਇਹਨੂੰ ਇਸ ਲੈਵਲ ਦੇ ਉੱਤੇ ਦਬਾਉਣ ਦੀ ਕੋਸ਼ਿਸ਼ ਕੀਤੀ। ਇਹ ਐਲੀਗੇਸ਼ਨ ਲਗਾਤਾਰ ਲੱਗਦੇ ਬਿਲਕੁਲ। ਔਰ ਫਿਰ ਕੈਪਟਨ ਅਮਰਿੰਦਰ ਸਿੰਘ ਨੇ 2017 ਦੀ ਵਿਧਾਨ ਸਭਾ ਦੇ ਵਿੱਚ ਚੋਣਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਕਿ ਮੈਂ ਆਉਂਦੇ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਮਾਮਲਾ ਹੈ ਤੇ ਜਿਹੜੇ ਗੋਲੀकांड ਦੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਕਰਾਂ। ਬਿਲਕੁਲ, ਉਹ ਆਉਂਦਾ ਹੀ, ਉਹਦੇ ਤੇ ਵੀ ਕੁਝ ਨਹੀਂ ਹੋਇਆ ਬਹੁਤ ਜ਼ਿਆਦਾ। ਪਹਿਲਾਂ ਆ ਕੇ ਇੱਕ ਥੋੜੀ ਬਹੁਤ ਜਾਂਚ ਉਸ ਲੈਵਲ ਤੇ ਚੱਲੀ ਤੇ ਇੱਕ ਨਵਾਂ ਕਮਿਸ਼ਨ ਫਾਰਮ ਕਰਤਾ ਕੈਪਟਨ ਅਮਰਿੰਦਰ ਸਿੰਘ ਨੇ, ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਵਾਂ ਕਮਿਸ਼ਨ ਬਣ ਗਿਆ। ਔਰ ਲੋਕਾਂ ਨੂੰ ਪਹਿਲਾਂ ਇਹੀ ਲੱਗਿਆ ਵੈਸੇ ਤਾਂ ਕਿ ਇਹ ਵੀ ਹੁਣ ਟਰਕਾਉਣ ਦਾ ਮਾਮਲਾ ਹੈ, ਹੋਰ ਕੋਈ ਮਾਮਲਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੀ ਉਹ ਕਰ ਰਹੇ ਨੇ। ਫਿਰ ਪ੍ਰੈਸ਼ਰ ਬਣਿਆ, ਫਿਰ ਵਿੱਚ ਦੀ ਬਰਗਾੜੀ ਮੋਰਚਾ ਵੀ ਲੱਗਿਆ, ਬਰਗਾੜੀ ਵੀ 3 ਮਹੀਨੇ ਤੱਕ ਲਗਾਤਾਰ ਫਿਰ ਉੱਥੇ ਜਾ ਕੇ ਇੱਕ ਐਡਜਸਟਮੈਂਟ ਕੀਤੀ। ਔਰ ਉਹਨੂੰ ਅਕਾਲੀ ਕਹਿੰਦੇ ਰਹੇ, ਕਾਂਗਰਸੀ ਲਵਾ ਰਹੀ ਆ ਮੋਰਚਾ, ਤੇ ਕਾਂਗਰਸੀ ਜਾਂਦੇ ਵੀ ਰਹੇ ਉੱਥੇ ਮੰਤਰੀ ਗੱਲ ਕਰਨ ਦੇ ਵਿੱਚ। ਤੇ ਉਦੋਂ ਬਾਅਦ ਜਿਸ ਤਰੀਕੇ ਨਾਲ ਉਹ ਮੋਰਚਾ ਉੱਠਿਆ, ਉਹਦੇ ਤੇ ਵੀ ਲੋਕਾਂ ਨੇ ਸਵਾਲ ਖੜੇ ਕੀਤੇ। ਕੋਈ ਫੈਸਲਾ ਨਹੀਂ ਹੋਇਆ, ਕਿਸੇ ਤਣ ਪੱਥਰ ਦਾ ਲੱਗੀ ਨਹੀਂ। ਔਰ ਇਸ ਕਰਕੇ ਇਹ ਜਿਹੜਾ ਟੋਟਲ ਮਾਮਲਾ ਹੈ, ਇਹ ਅਸਲ 'ਚ ਜਜ਼ਬਾਤ ਦਾ ਮਾਮਲਾ ਸੀ। ਪਹਿਲਾਂ ਅਕਾਲੀ ਦਲ ਨੇ ਇਹਨੂੰ ਵੋਟ ਬੈਂਕ ਦੇ ਤੌਰ ਤੇ ਯੂਜ਼ ਕਰਨਾ ਚਾਹਿਆ, ਫਿਰ ਕਾਂਗਰਸ ਨੇ 17 'ਚ ਵਰਤੋਂ ਕੀਤੀ, ਤੇ ਹੁਣ ਦੁਬਾਰਾ ਜਿਹੜਾ ਇਹ ਮੁੱਦਾ ਲਗਾਤਾਰ ਚੱਲ ਰਿਹਾ ਹੈ।
ਔਰ ਇਸ ਮੁੱਦੇ ਦੇ ਦੌਰਾਨ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਪਹਿਲਾਂ ਅਕਾਲੀ ਦਲ ਉਹਨੂੰ ਰੱਦੀ ਦੀ ਟੋਕਰੀ ਸੁੱਟਦਾ ਰਿਹਾ, ਵਿਧਾਨ ਸਭਾ 'ਚ ਕਾਪੀਆਂ ਸਾੜੀਆਂ ਤੇ ਬਾਕੀ ਚੀਜ਼ਾਂ ਹੋਈਆਂ। ਤੇ ਇਹ ਜਿਹੜਾ ਇਸ਼ੂ ਸੀਗਾ ਕਾਂਗਰਸ ਦਾ, ਕਾਂਗਰਸ ਕਹਿੰਦੀ ਰਹੀ ਹੈ ਵੀ CBI ਕਰ ਰਹੀ ਹੈ, ਬਾਕੀ ਅਸੀਂ ਕਰਦੇ ਆ, ਪਰ ਪ੍ਰੈਸ਼ਰ ਪਿਆ ਪੰਜਾਬ ਦੀ ਵਿਧਾਨ ਸਭਾ ਤੇ ਮਤਾ ਪਾਉਣਾ ਪਿਆ, ਮਤਾ ਪਾ ਕੇ CBI ਤੋਂ ਕੇਸ ਵਾਪਸ ਲੈਣਾ ਪਿਆ। ਔਰ ਇਹਦੇ 'ਚ ਗਵਰਨਮੈਂਟ ਆਫ ਇੰਡੀਆ ਦਾ ਰੋਲ ਤੇ ਵੀ ਦਿਖਾਈ ਦਿੰਦਾ ਹੈ। ਅੱਛਾ, ਉਹ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਜਦੋਂ CBI ਨੂੰ ਉਹ ਕੇਸ ਜਾਂਦਾ ਹੈ, ਇਹ ਕਿਹਾ ਜਾਂਦਾ ਹੈ ਕਾਨੂੰਨੀ ਤੌਰ ਤੇ ਕਿ ਸਟੇਟ ਜੇ ਚਾਹੇ ਕਿ ਅਸੀਂ ਇਹ CBI ਤੋਂ ਕਰਾਉਣਾ ਤਾਂ ਕਰਾਉਂਦੀ ਹੈ, ਜੇ ਉਹ ਜਦ ਮਰਜੀ ਵਿਡਰਾ ਕਰਕੇ ਵਿਡਰਾ ਕਰੇ। ਹਾਂ, ਇਹ ਅਧਿਕਾਰ ਹੈ ਪੰਜਾਬ ਦੀ ਵਿਧਾਨ ਸਭਾ ਨੇ ਕੀਤਾ, ਹਾਈ ਕੋਰਟ ਦੇ ਵਿੱਚੋਂ CBI ਹਾਰ ਜਾਂਦੀ ਹੈ, ਚੱਲੀ ਜ਼ੋਰ ਮਾਰਦੀ ਕਿ ਅਸੀਂ ਕਰਨਾ, ਹਾਰ ਜਾਂਦੀ ਹੈ। ਫਿਰ ਸੁਪਰੀਮ ਕੋਰਟ 'ਚ ਜਾਂਦੀ ਹੈ, ਸੁਪਰੀਮ ਕੋਰਟ 'ਚੋਂ ਵੀ ਹਾਰ ਜਾਂਦੀ ਹੈ ਕਿ ਸਟੇਟ ਦਾ ਮਾਮਲਾ ਹੈ। ਉਦੋਂ ਬਾਅਦ ਵੀ CBI ਸੁਪਰੀਮ ਕੋਰਟ ਦੇ ਵਿੱਚ ਹੁਣ ਰਿਵਿਊ ਪਟੀਸ਼ਨ ਪਾਈ, ਮਾਮਲਾ ਛੱਡਣ ਨੂੰ ਤਿਆਰ ਨਹੀਂ। ਕਿਉਂ? ਇਹਦਾ ਮਤਲਬ ਕਿ ਕੇਂਦਰ ਦੀ ਇਹ ਵੱਡੀ ਗੇਮ ਪਲਾਨ ਹੈ ਸਿਆਸਤ ਦੀ, ਕੋਈ ਛੋਟੀ ਉਸ ਲੈਵਲ ਦਾ ਮਾਮਲਾ ਨਹੀਂ ਹੈ। ਇਸ ਕਰਕੇ ਇਹਨੂੰ ਦੇਖਦੇ ਹੋਏ ਇਹ ਲੱਗਦਾ ਕਿ ਸਾਡਾ ਪੋਲੀਟੀਸ਼ੀਅਨ ਕੇਵਲ ਸੱਤਾ ਦੀ ਸਿਆਸਤ ਕਰਦਾ, ਉਹਨੂੰ ਲੋਕਾਂ ਦਾ ਸਰੋਕਾਰ ਕੋਈ ਨਹੀਂ ਹੈਗਾ। ਸੱਤਾ ਦੀ ਸਿਆਸਤ ਦੇ ਵਿੱਚ ਕੇਵਲ ਤੁਸੀਂ ਵੋਟ ਦੇਖਦੇ ਹੋ। ਹੁਣ ਕੈਪਟਨ ਅਮਰਿੰਦਰ ਸਿੰਘ ਜੋ ਚੀਜ਼ਾਂ ਕਰ ਰਹੇ ਨੇ ਔਰ ਉਹ ਦੋ ਗੱਲਾਂ ਤੇ ਆਧਾਰ ਤੇ ਕਰ ਰਹੇ ਨੇ। ਇੱਕ ਤਾਂ ਲੱਗਦਾ ਇਹ ਹੈ ਕਿ ਜਿਹੜੇ ਵੱਡੇ ਆਰਡੀਨੈਂਸ ਆ ਗਏ ਨੇ ਜੀ, ਜਿਹੜੇ ਐਂਟੀ ਪੰਜਾਬ ਨੇ ਤੇ ਐਂਟੀ ਫੈਡਰਲ ਢਾਂਚਾ ਨੇ ਸਾਰੇ ਕਿਤੇ, ਜਿਹੜੇ ਐਂਟੀ ਕਿਸਾਨ ਨੇ, ਔਰ ਜਿਹੜਾ ਬਿਜਲੀ ਬੋਰਡ ਦਾ ਵੀ ਇੱਕ ਕਾਨੂੰਨ ਆ ਰਿਹਾ ਬਿੱਲ ਪਾਰਲੀਮੈਂਟ ਦੇ ਵਿੱਚ, ਉਹ ਵੀ ਫੈਡਰਲਿਜ਼ਮ ਨੂੰ ਖਤਮ ਕਰ ਰਿਹਾ। ਉਹਦੇ ਤੇ ਇੱਕ ਲੋਕਾਂ ਦਾ ਸੈਂਟੀਮੈਂਟ ਹੈ, ਉਹਨਾਂ ਨੂੰ ਲੱਗਦਾ ਕਿ ਅਕਾਲੀ ਫਸੇ ਹੋਏ ਨੇ, ਉਹਦੇ ਪੱਖ 'ਚ ਜਾ ਰਹੇ ਨੇ, BJP ਉਹਦੇ ਪੱਖ 'ਚ ਜਾ ਰਹੀ ਹੈ। ਇਸ ਲਈ ਇੱਕ ਆਲ ਪਾਰਟੀ ਮੀਟਿੰਗ ਕਰ ਲਈ, ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰ ਲਈ, ਤੇ ਇਹ ਇੱਕ ਇਸ਼ੂ ਬਣਦਾ ਹੈ। ਸੈਂਟੀਮੈਂਟ ਅਮਰਿੰਦਰ ਜੋੜਨਾ ਚਾਹੁੰਦਾ 22 ਦੀ ਇਲੈਕਸ਼ਨ। ਦੂਜੀ ਗੱਲ ਫਿਰ ਇਹ ਹੈ ਕਿ ਹੁਣ ਡੇਰਾ ਮੁਖੀ ਦਾ ਨਾਂ ਜਦੋਂ ਆ ਗਿਆ ਉਹਦੇ 'ਚ, ਹਾਲਾਂਕਿ ਜੇ ਤਾਂ ਪਹਿਲਾਂ ਕਿਉਂ ਨਹੀਂ ਆਇਆ, ਉਹੀ ਸੈੱਟ ਸੀ। ਹਾਂ, ਇਹੀ 5 ਸਾਲ ਬਾਅਦ ਇਹਨਾਂ ਬੰਦਿਆਂ ਦੀ ਪਹਿਲਾਂ CBI ਵੱਲੋਂ ਜ਼ਮਾਨਤਾਂ ਤੱਕ ਹੋਈਆਂ ਵੀ। ਬਿਲਕੁਲ, ਔਰ ਉਹ ਐਲੀਗੇਸ਼ਨ ਵੀ ਇੱਕ ਲੱਗਦਾ ਰਿਹਾ ਕਿ ਇਸੇ SIT ਨੇ ਫੜ ਕੇ ਜਿਹੜਾ ਬੰਦਾ ਇੱਕ ਨਾਭੇ ਜੇਲ੍ਹ ਦੇ ਵਿੱਚ ਹੀ ਮਹਿੰਦਰ ਬਿੱਟੂ ਤੇ ਜਿਹਦਾ ਜੇਲ੍ਹ ਦੇ ਵਿੱਚ ਕਤਲ ਹੋ ਜਾਂਦਾ ਹੈ, ਉਹ ਕਤਲ ਕਿਵੇਂ ਹੋਇਆ, ਕੀ ਹੋਇਆ, ਉਹ ਵੀ ਅਜੇ ਇੱਕ ਰਹੱਸ ਹੈ ਉਸ ਪੱਧਰ ਦੇ ਉੱਤੇ। ਔਰ ਅੱਜ ਜਿਹੜਾ ਟਾਈਮਿੰਗ ਚੁਣੀ ਜਾਂਦੀ ਹੈ, ਅਸਲ 'ਚ ਟਾਈਮਿੰਗ ਪ੍ਰੋਬਲਮ ਹੁੰਦੀ ਹੈ। ਜੇ ਜਾਂਚ ਚੱਲਦੀ ਰਹੇ, ਕੋਈ ਦੋਸ਼ੀ ਆ ਗਿਆ, ਵਿੱਚ ਆ ਗਿਆ, ਉਹ ਅਲੱਗ ਸਵਾਲ ਹੁੰਦਾ। ਤੁਸੀਂ 3.5 ਸਾਲ ਤੱਕ ਤੁਹਾਡੀ ਜਾਂਚ ਉਸ ਪੱਧਰ ਦੇ ਉੱਤੇ ਨਹੀਂ ਜਾ ਰਹੀ, ਤੇ 3.5 ਸਾਲ ਬਾਅਦ ਅਚਾਨਕ ਤੁਸੀਂ ਇੱਕ ਉਹਨਾਂ ਬੰਦਿਆਂ ਨੂੰ, 3 ਡੇਰੇ ਦੇ ਮੇਨ ਬੰਦੇ ਤੇ ਪਲੱਸ ਇੱਕ ਡੇਰਾ ਮੁਖੀ ਨੂੰ ਲੈ ਆਉਂਦੇ ਹੋ, ਉਹਦੀ ਜਾਂਚ ਕਰਦੇ ਹੋ। ਔਰ ਪਹਿਲਾਂ ਵੀ ਡੇਰਾ ਮੁਖੀ ਦੀ ਜਾਂਚ ਕੀਤੀ ਗਈ ਹੈ, ਕੁਐਸਚਨਿੰਗ ਹੋਈ ਹੈ। ਉਦੋਂ ਉਹਨਾਂ ਹੀ ਅਫਸਰਾਂ ਨੂੰ ਕਿਉਂ ਨਹੀਂ ਲੱਗ ਰਿਹਾ ਕਿ ਇਹ ਬੰਦੇ ਦੋਸ਼ੀ ਹੈ ਤੇ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ? ਹੁਣ ਇੱਕ ਇਹ ਲੱਗ ਰਿਹਾ ਪੋਲੀਟੀਕਲ ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਡੇਰਾ ਮੁਖੀ ਦੀਆਂ ਵੋਟਾਂ ਨੂੰ ਵਰਤਣ ਦਾ ਅੰਡਰ ਪ੍ਰੈਸ਼ਰ 2022 ਇੱਕ ਹਥਿਆਰ ਹੋ ਸਕਦਾ ਹੈ। ਔਰ ਇਹਦੇ ਨਾਲ ਦੀ ਨਾਲ ਡੇਰਾ ਮੁਖੀ ਨੂੰ ਮੇਨ ਸਾਜ਼ਿਸ਼ਕਰਤਾ ਦੇ ਵਿੱਚ ਸ਼ਾਮਲ ਕਰਨ ਨਾਲ ਜਿਹੜੀਆਂ ਸਿੱਖ ਭਾਵਨਾਵਾਂ ਨੇ ਉਹਨਾਂ ਨੂੰ ਸੰਤੁਸ਼ਟ ਕੀਤਾ ਜਾ ਸਕਦਾ। ਉਹ ਵੋਟਾਂ ਵੀ ਸਾਡੇ ਵੱਲ ਆ ਸਕਦੀਆਂ ਨੇ, ਕਿਸਾਨੀ ਦੀਆਂ ਆ ਸਕਦੀਆਂ। ਇਸ ਕਰਕੇ ਟੋਟਲ ਜਿਹੜਾ ਜਗਾੜ 2022 ਦੀ ਇਲੈਕਸ਼ਨ ਤੇ ਫੋਕਸ ਜ਼ਿਆਦਾ ਹੋ ਰਿਹਾ ਤੇ ਮਾਮਲੇ ਨੂੰ ਨਿਪਟਾਉਣ, ਜੇ ਮਾਮਲੇ ਨੂੰ ਅਲੱਗ ਕਰਨ ਦਾ ਸਵਾਲ ਘੱਟ ਹੈ। ਔਰ ਜਿਵੇਂ ਤੁਹਾਡੇ ਸਾਹਮਣੇ ਕਿ 10 ਨਵੰਬਰ 2015 ਨੂੰ ਉਦੋਂ ਹੀ ਇੱਕ ਸਰਬੱਤ ਖਾਲਸਾ ਹੋਇਆ, ਜਿਹ 'ਚ ਲੱਖਾਂ ਬੰਦਾ ਐਂ ਜੁਟਿਆ, ਜਿਹੜੇ ਹੁਣ ਤੱਕ ਦੀਆਂ ਰਿਪੋਰਟਾਂ ਨੇ ਸਾਰੀਆਂ। ਉਦੋਂ ਵੀ ਜਿਹੜੇ ਧੜਿਆਂ ਨੇ ਉਹ ਸਰਬੱਤ ਖਾਲਸਾ ਲੈ ਕੇ ਉੱਥੇ ਗਏ, ਉਦੋਂ ਹੀ ਲੋਕ ਕਹਿਣ ਲੱਗੇ ਸੀ ਇੱਕ ਬੜੀ ਵੱਡੀ ਡੈਮੋਕ੍ਰੈਟਿਕ ਤੇ ਪੀਸਫੁਲ ਮੂਵਮੈਂਟ। ਇੱਕ ਪਲੱਸ ਪੁਆਇੰਟ ਇਹ ਸੀ ਪੰਜਾਬ ਦਾ, ਲੱਖਾਂ ਬੰਦਾ ਇੰਨੇ ਲਗਾਤਾਰ ਇੰਨੇ ਦਿਨ ਸ਼ਾਂਤਮਈ ਢੰਗ ਨਾਲ, ਪਰ ਇੱਕ ਝਰੀਟ ਵੀ ਕਿਸੇ ਤੇ ਨਹੀਂ ਆਈ। ਇੱਕ ਡੈਮੋਕ੍ਰੈਟਿਕ ਪੀਸਫੁਲ, ਉਹਨੇ ਉਹ ਪੁਰਾਣੀ ਅਕਾਲੀ ਦਲ ਦੀਆਂ ਜਿਹੜੀਆਂ ਮੂਵਮੈਂਟਾਂ ਸੀ ਜੈਤੋ ਦੇ ਮੋਰਚੇ ਦੀਆਂ, ਤਾਂ ਉਹਨਾਂ ਨੂੰ ਯਾਦ ਕਰਾਤਾ ਸੀ। ਔਰ ਉਹ ਇੱਕ ਬਹੁਤ ਚੰਗਾ ਕੰਮ ਸੀ। ਉਹਨੂੰ ਸਰਬੱਤ ਖਾਲਸੇ ਦੇ ਜ਼ਰੀਏ ਉੱਥੇ ਇਹੋ ਜਿਹੇ ਮਤੇ ਪਾ ਕੇ ਤੇ ਉਹਦੇ 'ਚ ਅਲੱਗ ਜਥੇਦਾਰ ਚੁਣਤੇ, ਅਲੱਗ ਮਤਾ ਪਾਤਾ। ਜਗਤਾਰ ਸਿੰਘ ਹਵਾਰਾ ਜਥੇਦਾਰ ਜਾਂ ਬਾਕੀ ਜਥੇਦਾਰ, ਪੈਰਲਲ ਜਥੇਦਾਰ ਸਿਸਟਮ ਡਿਫਿਊਜ਼ ਹੋ ਗਿਆ ਸਾਰਾ ਕੁਝ। ਔਰ ਉਹਦੇ 'ਚ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਬੰਦੇ ਮੂਹਰੇ ਲਾ ਕੇ ਉਸ ਲੈਵਲ ਤੇ ਗਏ, ਇਹਦਾ ਮਤਲਬ ਉਹ ਕਿਤੋਂ ਨਾ ਕਿਤੋਂ ਮੋਟੀਵੇਟਡ ਸੀ। ਔਰ ਇਸ ਐਡੀ ਵੱਡੀ ਸਿਆਸਤ ਹੈ ਜਿਹੜੀ ਲੋਕਾਂ ਦੇ ਖਿਲਾਫ, ਲੋਕਾਂ ਦੀਆਂ ਅੰਦੋਲਨਾਂ ਨੂੰ ਵੀ ਠੁੱਸ ਕਰਦੀ ਹੈ, ਬਾਰ-ਬਾਰ ਪੈਦਾ ਹੋ ਰਿਹਾ ਨੂੰ, ਤੇ ਲੋਕਾਂ ਦੀ ਚੇਤਨਾ ਨੂੰ ਵੀ ਖੁੰਡਾ ਕਰਦੀ ਹੈ। ਤੇ ਆਪੋ ਜਿਸ ਸੱਤਾ ਦੀ ਲੜਾਈ ਹੈ, ਸੱਤਾ ਦੀ ਲੜਾਈ 'ਚੋਂ ਅਕਾਲੀ, BJP ਪਲੱਸ ਕਾਂਗਰਸ ਕੌਣ ਬਾਜੀ ਲੈ ਜਾਂਦਾ, ਇਹ ਨਹੀਂ ਤਾਂ ਸਾਡੀ ਪੁਲਿਸ ਜਿਸ ਲੈਵਲ ਦੀ ਹੈ। ਅਸੀਂ ਗਗਨੇਜਾ ਕਤਲकांड ਚੋਂ ਕੀ ਕੱਢਿਆ, ਅਸੀਂ ਮਾਤਾ ਚੰਦ ਕੌਰ ਕਤਲकांड ਨੂੰ ਕਿੱਥੇ ਲੈ ਕੇ ਗਏ ਆ, ਕਿੱਥੇ ਗਏ ਆ, ਅਸੀਂ ਮੌੜ ਦਾ ਬੰਬ ਬਲਾਸਟ ਕਿੱਥੇ ਲੈ ਕੇ ਗਏ, ਸਾਡੀ ਕਿੱਥੇ ਹੈ ਪਰਫਾਰਮੈਂਸ ਉਸ ਪੱਧਰ ਦੇ ਉੱਤੇ। ਔਰ ਇਹ ਸਵਾਲ ਪੈਦਾ ਹੁੰਦੇ ਨੇ ਸਾਡੀ ਜਾਂਚ ਦੇ ਪੱਧਰ ਦੇ ਉੱਤੇ, ਕੀ ਇਹ ਇਕੱਲਾ
ਇੱਕ ਕਾਂਡ ਕਰਕੇ ਜਦੋਂ ਸਾਹਮਣੇ ਆਉਂਦਾ ਇਹਦਾ ਮਤਲਬ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰਭਾਵਿਤ ਨਜ਼ਰ ਆਉਂਦਾ। ਸਿਆਸਤ ਤੋਂ ਪ੍ਰਭਾਵਿਤ ਬਿਲਕੁਲ। ਇਹ ਜਿਵੇਂ ਹਮੀਰ ਸਿੰਘ ਭਾਜੀ ਉਹਨਾਂ ਨੇ ਖੋਲ ਕੇ ਸਾਰੀਆਂ ਪਰਤਾਂ ਰੱਖੀਆਂ ਕਿ ਜਿੱਥੋਂ ਮਾਮਲਾ ਸ਼ੁਰੂ ਹੁੰਦਾ, ਚਾਹੇ ਉਹ ਫਿਲਮ ਦਾ ਮਾਮਲਾ ਹੋਵੇ, ਚਾਹੇ ਡੇਰਾ ਮੁਖੀ ਵੱਲੋਂ ਗੁਰੂ ਸਾਹਿਬ ਦਾ ਰੂਪ ਧਾਰਨ ਕਰਨਾ, ਉਹਨਾਂ ਵਰਗੇ ਕੱਪੜੇ ਪਾ ਕੇ ਇੱਕ ਵਾਰ ਆਪਣੇ ਆਪ ਨੂੰ ਅੰਮ੍ਰਿਤ ਛਕਾਉਣ ਵਾਲੀ ਰਵਾਇਤ ਨੂੰ ਵੀ ਸਾਹਮਣੇ ਲਿਆਉਣਾ ਤੇ ਉਦੋਂ ਬਾਅਦ ਵਿਰੋਧ ਹੋਣਾ, ਤੇ ਉਹ ਸਾਰੀਆਂ ਪਰਤਾਂ ਲਿਆ ਕੇ ਸਿਆਸਤ ਨਾਲ ਜੁੜਦੀਆਂ ਨੇ। ਉਹ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਦੀਆਂ ਵਿਧਾਨ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਵੋਟ ਬੈਂਕ ਦੀ ਵਰਤੋਂ ਵਜੋਂ ਚੁਣਦੀਆਂ ਨੇ। ਸੋ ਇਸ ਲਈ ਕਿ ਮੌਜੂਦਾ ਘਟਨਾਕ੍ਰਮ ਦੁਬਾਰਾ ਜੇ ਡੇਰਾ ਸਿਰਸਾ ਮੁਖੀ ਨੂੰ ਫਿਰ ਇਸ ਮਾਮਲੇ ਤੇ ਸਾਹਮਣੇ ਲਿਆਂਦਾ ਗਿਆ, ਉਹਦਾ ਨਾਮ ਮੁਕੱਦਮੇ ਸ਼ਾਮਲ ਕੀਤਾ ਗਿਆ। ਜਿਵੇਂ ਹਮੀਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਵੀ ਰਾਜਨੀਤੀ ਦਾ ਸ਼ਿਕਾਰ ਲੱਗਦੇ ਨੇ ਸਾਰੇ ਮਸਲਿਆਂ 'ਚ। ਕੀ ਮੌਜੂਦਾ ਘਟਨਾਕ੍ਰਮ ਵੀ 2022 ਤੱਕ ਲਟਕੇਗਾ ਜਾਂ ਲੋਕਾਂ ਨੂੰ ਇਨਸਾਫ ਮਿਲੇਗਾ, ਜਾਂ ਜਿਨ੍ਹਾਂ ਦੇ ਹਿਰਦੇ ਬਲੁੰਦਰੇ ਗਏ ਨੇ ਬੇਅਦਬੀ ਕਾਂਡ ਤੋਂ ਬਾਅਦ ਉਹਨਾਂ ਨੂੰ ਸਕੂਨ ਤੇ ਇਨਸਾਫ ਮਿਲੇਗਾ? ਸੋ ਇਹ ਸਵਾਲ ਉੱਥੇ ਦੇ ਉੱਥੇ ਹੀ ਖੜਾ। ਉਹ ਸਵਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਤਾਜ਼ਾ ਘਟਨਾਕ੍ਰਮ ਦਾ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਕੀ ਅਸਰ ਪਏਗਾ, ਇਹ ਵੀ ਜਾਣਾਂਗੇ। ਪਰ ਸਮਾਂ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ, ਹੁਣੇ ਪਰਤਦੇ ਹਾਂ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਮੁੱਦਾ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ। ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਿੱਟ ਹੈ ਉਹ ਕਾਨੂੰਨੀ ਤੌਰ ਤੇ ਹੁਕਮ ਲੈ ਕੇ ਹਰਿਆਣਾ ਦੀ ਸੁਨਹਿਰੀ ਜੇਲ੍ਹ ਤੱਕ ਜਾਏਗੀ, ਬਾਬੇ ਤੋਂ ਪੁੱਛਗਿੱਛ ਕਰੇਗੀ, ਬਾਬੇ ਨੂੰ ਹਿਰਾਸਤ ਵਿੱਚ ਵੀ ਲੈਣ ਦੀ ਕੋਸ਼ਿਸ਼ ਕਰੇਗੀ। ਕੀ ਇਹ ਇੰਨਾ ਸੰਭਵ ਹੈ ਜਾਂ ਇਹ ਮਾਮਲਾ ਸਿਰਫ ਲੋਕਾਂ ਦੇ ਮਨਾਂ ਨੂੰ ਸਕੂਨ ਪਹੁੰਚਾਉਣ ਲਈ ਜਾਂ ਭਰਮ ਭੁਲੇਖਿਆਂ 'ਚ ਪਾਉਣ ਲਈ ਹੈ ਕਿ 2022 ਦੇ ਵਿੱਚ ਫਿਰ ਵੋਟਾਂ ਲਈਆਂ ਜਾਣ? ਕੀ ਲੱਗਦਾ ਭਾਜੀ, ਕੀ ਬਾਬੇ ਨੂੰ ਦੁਬਾਰਾ ਉੱਥੋਂ ਫੜ ਕੇ ਇੱਕ ਜੇਲ੍ਹ 'ਚੋਂ ਲਿਆ ਕੇ ਪੰਜਾਬ ਦੀ ਕਿਸੇ ਜੇਲ੍ਹ 'ਚ ਰੱਖਿਆ ਜਾ ਸਕਦਾ, ਜਾਂ ਉੱਥੇ ਪੁੱਛਗਿੱਛ ਕਰਨ ਲਈ ਜਾਇਆ ਜਾ ਸਕਦਾ, ਜਾਂ ਇਹ ਸਿਰਫ ਤੇ ਸਿਰਫ ਸਿੱਖ ਵੋਟਾਂ ਹਾਸਲ ਕਰਨ ਲਈ ਕਾਂਗਰਸੀ ਖੇਡ ਰਹੀ ਹੈ? ਮੈਨੂੰ ਇਹ ਲੱਗਦਾ ਕਿ ਅਜੇ ਤਾਂ ਜਿਹੜਾ ਕੱਲ ਦਾ ਖਬਰ ਹੈ ਜਾਂ ਜੋ ਉਹਨਾਂ ਦੇ 4 ਸੀਟ ਹੈ, 4 ਸੀਟ ਤੋਂ ਇਹ ਲੱਗਦਾ ਕਿ ਉਹਨਾਂ ਦੀ ਸਟੇਟ ਕੋਰ ਕਮੇਟੀ ਦੇ 3 ਮੈਂਬਰ ਪਹਿਲਾਂ ਹਜੇ ਰਹਿੰਦੇ ਨੇ ਵੀ ਅਸੀਂ ਰੇਡ ਕੀਤੀ ਆ, ਉਹ ਫੜੇ ਨਹੀਂ ਗਏ, ਪਹਿਲਾਂ ਉਹ 3 ਫੜਨੇ ਆ, ਤਿੰਨਾਂ ਤੇ ਲੱਗ ਜਾਏਗਾ ਇਨਵੈਸਟੀਗੇਸ਼ਨ। ਉਹਨਾਂ ਦੇ ਬਿਆਨ ਤੇ ਕੋਈ ਬੜਾ ਖੁਲਾਸਾ ਫਿਰ ਹੋ ਸਕਦਾ ਬਾਬੇ ਉਹਦੇ ਕੋਲ ਡੇਰਾ ਮੁਖੀ ਕੋਲ ਅਦਾਲਤ ਦੇ ਵਿੱਚ ਅਪੀਲ ਕਰਕੇ ਕੋਈ ਇਨਵੈਸਟੀਗੇਸ਼ਨ ਦਾ ਕੋਈ ਵਾਰੰਟ ਲੈ ਜਾਣ, ਕੁਝ ਦਿਨ ਰੱਖਿਆ ਜਾਏ ਜੇਲ੍ਹ 'ਚ, ਤਾਂ ਉਹੀ ਜਿਹੀ 'ਚ ਹੀ ਰਹੇਗਾ। ਕਿਉਂਕਿ ਉਹਦਾ ਕਾਰਨ ਇਹ ਹੈ ਕਿ ਉਹਨੂੰ ਜਿਸ ਲੈਵਲ ਦੀ ਸਿਕਿਉਰਿਟੀ ਚਾਹੀਦੀ ਹੈ, ਸਿਕਿਉਰਿਟੀ ਜੇਲ੍ਹ 'ਚ ਜੇ ਬਹੁਤ ਸਾਰਾ ਹੈ। ਕਿਉਂਕਿ ਕਾਰਨ ਇਹ ਸੀ ਕਿ ਜਿਹੜਾ ਤਰੀਕਾਕਾਰ ਸੱਤਾਧਾਰੀ ਧਿਰਾਂ ਨਾਲ ਮਿਲ ਕੇ ਜਾਂ ਤਾਕਤ ਦੀ ਵਰਤੋਂ ਕਰਕੇ ਜਾਂ ਆਪਣੇ ਪ੍ਰਭਾਵ ਕਰਕੇ ਡੇਰਾ ਮੁਖੀ ਨੇ ਵੀ ਅਪਣਾਇਆ, ਉਹ ਤੋਂ ਵੀ ਲੋਕ ਤੰਗ ਸੀ। ਲੋਕ ਇਸ ਕਰਕੇ ਤੰਗ ਸੀ ਕਿ ਉਹ ਆਮ ਬੰਦੇ ਦੀ ਤਰ੍ਹਾਂ ਦੇਸ਼ ਦੇ ਜਿਹੜਾ ਕਾਨੂੰਨ ਦੀ ਤਰ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਤੁਹਾਡੇ ਆਪਣੇ ਆਪ ਨੂੰ ਅਦਾਲਤ ਤੋਂ ਵੀ ਬੜਾ ਤੁਹਾਡੇ ਯਾਦ ਹੋਣਾ ਕਿ ਜਦੋਂ ਇੱਥੇ ਪੰਜਾਬ ਦੇ ਪੁਲਿਸ ਹੈੱਡਕੁਆਟਰ ਦੇ ਵਿੱਚ ਬਣਾਇਆ ਗਿਆ ਸੀ ਇੱਕ ਵਾਰ ਇਨਵੈਸਟੀਗੇਸ਼ਨ ਕਰਨ, ਉਦੋਂ ਵੀ ਇੱਥੇ ਹਜ਼ਾਰਾਂ ਦੀ ਭੀੜ ਜਿਹੜੀ ਪਹਿਲਾਂ ਆਈ ਤੇ ਇਕੱਠੀ ਕੀਤੀ। ਤੇ ਜਦੋਂ ਫਿਰ ਇਵਨ ਰੇਪ ਵਰਗੇ ਕੇਸ 'ਚ, ਇਹ ਤਾਂ ਕੇਸ ਦੂਸਰਾ, ਉਹ ਰੇਪ ਕੇਸ ਦੇ ਵਿੱਚ ਵੀ ਜਦੋਂ ਪੰਚਕੂਲੇ ਆਏ ਉਦੋਂ ਵੀ ਲੱਖਾਂ ਦੀ ਭੀੜ, ਗੋਲੀਆਂ ਚੱਲੀਆਂ ਤੇ ਬੜਾ ਚੀਜ਼ਾਂ ਨੇ। ਪਹਿਲੀ ਗੱਲ, ਸਟੇਟ ਨੇ ਹੀ ਲੱਖਾਂ ਦੀ ਭੀੜ ਇਕੱਠੀ ਕਿਉਂ ਹੋਣ ਦਿੱਤੀ? ਉਹ ਤਾਂ ਤੁਸੀਂ ਹਰ ਗੱਲ ਤੇ ਜਥੇਬੰਦ ਕਰ ਦਿੰਦੇ ਹੋ, ਤੇ ਤੁਸੀਂ ਇਹਨਾਂ ਮਾਮਲਿਆਂ ਦੇ ਵਿੱਚ ਇਹਦਾ ਮਤਲਬ ਇਹ ਕਹਿੰਦੇ ਹੋ ਕਿ ਕੋਈ ਗੱਲ ਨਹੀਂ, ਹੰਗਾਮਾ ਹੋਣ ਦਿਓ, ਜਾਣ ਦਿਓ, ਔਰ ਤੁਸੀਂ ਇਹਦੇ ਲਈ ਜ਼ਿੰਮੇਵਾਰ ਹੋ। ਕਿਉਂਕਿ ਨਹੀਂ ਤਾਂ ਜਦੋਂ ਪਤਾ ਹੈ ਇੰਟੈਲੀਜੈਂਸ ਇਨਪੁਟ ਹੁੰਦੀ ਹੈ ਕਿ ਇੰਨੇ ਬੰਦੇ ਇਕੱਠੇ ਹੋਣਗੇ, ਇੱਥੇ ਕੋਈ ਕਿਸਾਨ ਜਥੇਬੰਦੀਆਂ ਸੱਦਾ ਦੇਣ, ਪਿੰਡ ਤੋਂ ਹੀ ਕਹਿ ਦਿੰਦੇ ਨੇ ਇੱਥੋਂ ਨਹੀਂ ਜਾਣਾ, ਨਿਕਲਣ ਨਹੀਂ ਦੇਣਾ, ਤਾਂ ਤੁਸੀਂ ਇਹ ਇਕੱਠ ਕਿਉਂ ਹੋਣ ਦਿੰਦੇ? ਔਰ ਇਸੇ ਕਰਕੇ ਇਹ ਹੈ ਕਿ ਜਦੋਂ ਦੂਜੀ ਗੱਲ ਹੁਣ ਸਾਡੇ ਸਾਹਮਣੇ ਆਉਂਦੀ ਹੈ ਕਿ ਕਿੱਥੇ ਤੱਕ ਜਾਏਗਾ, ਔਰ ਮੈਨੂੰ ਲੱਗਦਾ ਕਿ ਜੇ ਇਨਸਾਫ ਦਾ ਤਕਾਜ਼ਾ ਜਿਹੜਾ ਉਹ ਤਾਂ ਇਹ ਹੈ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ। ਪਰ 5 ਸਾਲ ਲਟਕਦੇ ਨੂੰ ਹੋ ਗਏ, ਇਹਦੇ ਤੋਂ ਡਾਊਟ ਕ੍ਰੀਏਟ ਹੋਣਾ ਬੜਾ ਸੁਭਾਵਿਕ ਹੈ। ਹੁਣ ਕੋਈ ਤੁਹਾਡੇ ਕੋਲ ਬਹੁਤ ਵਿਸ਼ੇਸ਼ ਫੋਰਸ ਨਹੀਂ ਆ ਗਈ, ਉਹੀ ਫੋਰਸ ਹੈ ਜਿਹੜੀ ਗੱਲ ਕਰ ਰਹੇ ਆ, ਉਹੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਗੱਲ ਪੇਸ਼ ਕਰ ਰਹੀਆਂ ਨੇ। ਔਰ ਅਗਲੀ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਵਰਤਣਾ ਸ਼ੁਰੂ ਕਰ ਦੋ ਕਿਸੇ ਵੀ ਚੀਜ਼ ਨੂੰ, ਹਰ ਚੀਜ਼ ਨੂੰ ਆਪਣੇ ਵੋਟ ਬੈਂਕ ਲਈ, ਉਦੋਂ ਤੁਸੀਂ ਅਖਲਾਕੀ ਜਿਹੜੀ ਇੱਕ ਤੁਹਾਡੇ 'ਚ ਦਮ ਹੁੰਦਾ ਹੈ ਉਹ ਗਵਾ ਲੈਂਦੇ। ਅਕਾਲੀ ਦਲ ਨੇ ਵੀ ਉਹੀ ਗਵਾਇਆ, ਅਕਾਲੀ ਦਲ ਇਸੇ ਮੈਨੇਜਮੈਂਟ 'ਚ ਮਾਰਿਆ ਗਿਆ। ਉਹ ਤਾਂ ਹੁੰਦਾ ਸੀ ਕਿ ਇਹ ਸਾਡੇ ਕੋਲ ਪ੍ਰੇਮੀਆਂ ਦੀ ਵੋਟ ਵੀ ਰਹਿ ਜਾਵੇ ਤੇ ਸਿੱਖ ਵੋਟ ਵੀ ਆ ਜਾਵੇ। ਤੁਸੀਂ ਇਹ ਕਹਿੰਦੇ ਸੁਣਿਆ ਹੋਣਾ ਜਦੋਂ 2012 ਦੀ ਇਲੈਕਸ਼ਨ ਜਿੱਤੀ ਗਈ ਹੈ ਅਕਾਲੀ ਦਲ ਨੂੰ, ਕਿ ਸੁਖਬੀਰ ਬਾਦਲ ਵੱਡੇ ਇੱਕ ਇੰਪੋਰਟੈਂਟ ਔਰ ਬਹੁਤ ਹੀ ਹੁਨਰਮੰਦ ਮੈਨੇਜਰ ਨੇ,
ਤੇ ਇਹ ਮੈਨੇਜ ਕਰ ਦਿੰਦੇ ਨੇ ਚੋਣਾਂ ਸਭ ਟਾਈਪ ਦੀਆਂ, ਔਰ ਉਹ ਮੈਨੇਜਮੈਂਟ ਜਿਹੜੀ ਹੈ ਇਹ ਜੀ ਕਿਸੇ ਨੂੰ ਨਹੀਂ ਆਉਂਦੀ, ਇਹ ਕਮਾਲ ਦੀ ਗੱਲ ਹੈ ਜਿਹੜੀ ਸੁਖਬੀਰ ਨੂੰ ਆਉਂਦੀ ਹੈ। ਤੇ ਉਹ ਮੈਨੇਜਮੈਂਟ 2017 ਦੀਆਂ ਇਲੈਕਸ਼ਨ ਚ 15 ਤੇ ਖਤਮ ਹੋ ਗਈ ਆ ਕੇ, ਤੇ ਮੁਸ਼ਕਲ ਨਾਲ ਜ਼ਮਾਨਤਾਂ ਬਚੀਆਂ ਨੇ ਬਹੁਤੇ ਥਾਵਾਂ ਦੇ ਉੱਤੇ, ਸਾਡੇ ਸਾਹਮਣੇ ਆ ਮੈਨੇਜਮੈਂਟ। ਇਸ ਲਈ ਸਿਆਸਤ 'ਚ ਮੈਨੇਜਮੈਂਟ ਦਾ ਰੋਲ ਇਹ ਵਧਾਉਂਦੇ ਜਾ ਰਹੇ ਨੇ ਪੈਸੇ ਤੇ ਬਾਕੀ ਚੀਜ਼ਾਂ ਕਰਕੇ, ਪਰ ਸਾਰੇ ਲੋਕਾਂ ਦੇ ਸਿਰਾਂ ਨੂੰ ਮੈਨੇਜ ਨਹੀਂ ਇਕੱਲਾ ਕੀਤਾ ਜਾ ਸਕਦਾ, ਔਰ ਕਦੇ ਨਾ ਕਦੇ ਉਲਟੀ ਵੀ ਪੈ ਜਾਂਦੀ ਹੈ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਇੱਕ ਤਰੀਕਾਕਾਰ ਹੁੰਦਾ ਕਿ ਤੁਹਾਡਾ ਇੱਕ ਕੋਰ ਵੋਟ ਬੈਂਕ ਹੁੰਦਾ। ਬਿਲਕੁਲ। ਸਪੋਜ਼ ਕਰੋ ਨੈਸ਼ਨਲ ਲੈਵਲ ਤੇ ਮੋਦੀ ਸਰਕਾਰ ਹੈ। ਹਾਂਜੀ। ਮੋਦੀ ਸਰਕਾਰ ਤਾਂ ਮੰਨ ਕੇ ਚੱਲੀ ਹੈ ਸ਼ੁਰੂ ਤੋਂ ਲੈ ਕੇ 14 ਤੋਂ ਲੈ ਕੇ 19 ਚ ਬਾਅਦ ਚ ਸ਼ਾਮ ਨੂੰ ਵੀ ਮੁਸਲਮਾਨਾਂ ਦੀ ਵੋਟ ਸਾਨੂੰ ਚਾਹੀਦੀ ਹੋਣੀ। ਮੈਜੋਰਿਟੀ ਚਾਹੀਦੀ ਹੈ, ਇਸ ਲਈ ਕਿਸੇ ਨੂੰ ਟਿਕਟ ਨਾ ਦੇਣਾ ਮੁਸਲਮਾਨ ਨੂੰ, ਬਾਕੀ ਚੀਜ਼ਾਂ ਨਾ ਕਰਨੀਆਂ, ਇਹ ਸਾਰਾ ਕੁਝ ਹੀ ਬਿਲਕੁਲ ਉਹ ਉਸ ਐਂਗਲ ਤੋਂ ਸੈਂਟੀਮੈਂਟ ਨੂੰ ਇਕੱਠਾ ਕਰਦਾ, ਇਕੱਠਾ ਕਰਕੇ ਵੋਟ ਲੈਂਦਾ, ਜਿਹਦੇ ਕਰਕੇ ਇੱਕ ਲੈਵਲ ਦੀ ਵੋਟ, ਕਿਉਂਕਿ ਮੈਜੋਰਿਟੀ ਜ਼ਿਆਦਾ ਹੈ। ਬਿਲਕੁਲ। ਪਰ ਜਦੋਂ ਤੁਸੀਂ ਕੋਈ ਮੈਨੇਜਰ ਐ ਕਰਦਾ ਇੱਥੇ ਵਾਲੇ ਜਿਵੇਂ ਵੀ ਸਿੱਖਾਂ ਦੀ ਵੋਟ ਇਹ ਲੈ ਲਓ, ਉਹਨਾਂ ਦੀ ਵੋਟ ਕੁੱਟ ਕੇ ਲੈ ਲਓ, ਇਹਨਾਂ ਦੀ ਵੋਟ ਐ ਲੈ ਲਓ, ਸ਼ਾਇਦ ਇਹ ਮੈਨੇਜਮੈਂਟਾਂ ਨਹੀਂ ਕੰਮ ਦਿੰਦੀਆਂ ਕਿਸੇ ਵੀ ਰੂਪ ਦੇ ਵਿੱਚ, ਈਵਨ ਸੱਤਾ ਲਈ ਵੀ ਨਹੀਂ ਕੰਮ ਦਿੰਦੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਫਿਰ ਤੁਸੀਂ ਇਖਲਾਕੀ ਤੌਰ ਤੇ ਐਡਾ ਵੱਡਾ ਸਿਸਟਮ ਉਹ ਕਰਤਾ, ਜਿਵੇਂ ਜਥੇਦਾਰਾਂ ਦਾ ਸਵਾਲ ਸੀ। ਜਥੇਦਾਰ ਗੁਰਮੁਖ ਸਿੰਘ ਜਿਹੜੇ ਉਹਦੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸੀ, ਤੇ ਉਹਨਾਂ ਨੇ ਇਲਜ਼ਾਮ ਲਾਇਆ ਬਾਅਦ ਦੇ ਵਿੱਚ ਆ ਕੇ ਕਿ ਸਾਨੂੰ ਚੀਫ ਮਿਨਿਸਟਰ ਆਫਿਸ ਦੇ ਘਰ ਬੁਲਾਇਆ ਗਿਆ, ਉੱਥੇ ਸਾਨੂੰ ਹਦਾਇਤ ਕੀਤੀ ਗਈ ਕਿ ਡੇਰਾ ਮੁਖੀ ਨੂੰ ਮਾਫ ਕਰ ਦਿਓ, ਔਰ ਚੀਫ ਮਿਨਿਸਟਰ ਨੇ ਇਹ ਕਿਹਾ ਉਦੋਂ ਬਾਅਦ ਜਦ ਪੁੱਛਿਆ ਇੱਕ ਅੱਧੀ ਵਾਰੀ ਉਹਨਾਂ ਨੇ ਗੱਲ ਕੀਤੀ, ਬਾਕੀ ਨਹੀਂ ਕੀਤੀ, ਕਿ ਜਥੇਦਾਰ ਝੂਠ ਬੋਲਦਾ। ਹੁਣ ਕੌਮ ਦਾ ਇੱਕ 5 ਤਖਤਾਂ ਦਾ ਇੱਕ ਆਗੂ ਉਹ ਕਹਿੰਦਾ ਚੀਫ ਮਿਨਿਸਟਰ ਝੂਠ ਬੋਲਦਾ, ਉਦੋਂ ਦਾ ਚੀਫ ਮਿਨਿਸਟਰ, ਤੇ ਚੀਫ ਮਿਨਿਸਟਰ ਦੇ 5 ਟਾਈਮ ਦੇ ਰੁਤਬੇ ਵਾਲਾ ਬੰਦਾ ਉਹ ਕਹਿੰਦਾ ਜਥੇਦਾਰ ਝੂਠ ਬੋਲਦਾ। ਇੱਕ ਤਾਂ ਬੋਲਦਾ ਹੀ ਹੈ, ਇੱਕ ਤਾਂ ਬੋਲਦਾ ਦੋਵਾਂ। ਇਹ ਇਨਵੈਸਟੀਗੇਸ਼ਨ ਅੱਜ ਤੱਕ ਸਾਹਮਣੇ ਕਿਉਂ ਨਹੀਂ ਆਈ ਕਿ ਕੌਣ ਝੂਠ ਬੋਲਦਾ ਤੇ ਕਿਹਨੇ ਐਡੇ ਵੱਡੇ ਸੈਂਟੀਮੈਂਟ ਨੂੰ ਧੋਖਾ ਦਿੱਤਾ। ਇਹ ਵੀ ਜਾਂਚ ਦਾ ਇਸ਼ੂ ਤਾਂ ਹੈਗਾ ਹੀ ਸੀ ਨਾ, ਔਰ ਜਾਂਚ ਹੋਣੀ ਚਾਹੀਦੀ ਸੀ ਉਸ ਮਾਮਲੇ ਦੇ ਉੱਤੇ। ਪਰ ਜਦੋਂ ਉਸੇ ਜਥੇਦਾਰ ਨੂੰ ਹਰਿਆਣਾ ਬਦਲਤਾ ਕਿਸੇ ਆਮ ਕਲੈਰੀਕਲ ਜੌਬ ਤੇ, ਉਦੋਂ ਬਾਅਦ ਕੀ ਐਡਜਸਟਮੈਂਟ ਹੋਈ ਪਤਾ ਨਹੀਂ, ਫਿਰ ਜ਼ਿਆਦਾ ਬਿਹਾਲ ਹੋ ਜਾਂਦੀ ਹੈ। ਉਹ ਸਾਰੀਆਂ ਗੱਲਾਂ ਉਧਰ ਦਿਖਾਉਂਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦਾ ਮਾਮਲਾ ਵੀ ਜਿੰਨੇ ਵਾਅਦੇ ਕੀਤੇ, ਹੁਣ ਕੈਪਟਨ ਅਮਰਿੰਦਰ ਸਿੰਘ ਬੜੇ ਆਰਾਮ ਨਾਲ ਕਹਿੰਦੇ ਨੇ ਕਿ ਅਸੀਂ ਬਹੁਤੇ ਵਾਅਦੇ ਪੂਰੇ ਕਰ ਚੁੱਕੇ ਹਾਂ, ਮਾੜੇ ਮੋਟੇ ਰਹਿ ਗਏ ਉਹ ਠੀਕ ਕਰ ਲਾਂਗੇ। ਉਹ ਵਾਅਦੇ ਕਿੱਥੇ ਹੋ ਗਏ? ਲੋਕ ਰੁਜ਼ਗਾਰ ਦਾ ਪਹਿਲਾਂ ਨਾਲੋਂ ਵੀ ਪੱਠਾ ਬੈਠ ਗਿਆ। ਘਰ ਘਰ ਰੁਜ਼ਗਾਰ ਤੁਸੀਂ 5 ਬੰਦਿਆਂ ਨੂੰ ਦਿੱਤਾ, ਜਾਂ ਬਾਕੀ ਲੋਕਾਂ ਨੂੰ ਤੁਸੀਂ ਪਸ਼ੂਆਂ ਦੀ ਤਰ੍ਹਾਂ ਮੇਲੇ ਲਾ ਰਹੇ ਹੋ। ਬਿਲਕੁਲ। ਤੇ ਜਿਵੇਂ ਸ਼ਕਲ ਦੇਖ ਕੇ ਨਾ ਦਿਖਾਇਆ ਜਾਂਦਾ ਹੁੰਦਾ ਹੈ ਕਿ ਇਹ ਤੇ ਹੱਥ ਧਰ ਦੋ, ਇਹ ਪਸ਼ੂ ਜ਼ਿਆਦਾ ਦੁੱਧ ਦੇਣ ਵਾਲਾ, ਇਹਨੂੰ ਕੀ ਹੈ? ਤੁਸੀਂ ਬੰਦਿਆਂ ਨਾਲ ਖਿਲਵਾੜ ਕਰ ਰਹੇ ਹੋ, ਉਹਨਾਂ ਦੀ ਜ਼ਮੀਰ, ਉਹਨਾਂ ਦੀ ਪ੍ਰਤਿਸ਼ਠਤਾ, ਉਹਨਾਂ ਦਾ ਇੱਕ ਜਿਹੜਾ ਸਵੈਮਾਨ ਹੁੰਦਾ ਉਹਨੂੰ ਤੁਸੀਂ ਮੰਡੀ ਤੇ ਲਿਜਾ ਰਹੇ ਹੋ ਕਿ ਤੂੰ ਉੱਥੇ ਵਿਕਣ ਲਈ। ਬਿਲਕੁਲ ਬਿਲਕੁਲ। ਤੇ ਇਹ ਇਦੋਂ ਵੱਡਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਮਨੁੱਖੀ ਡਿਗਨਿਟੀ ਦਾ ਜਿਹੜਾ ਸਵਾਲ ਹੈ, ਮਨੁੱਖੀ ਸ਼ਾਨ ਦਾ ਜਿਹੜਾ ਸਵਾਲ ਹੈ, ਉਹ ਬੱਚੇ ਜਿਹੜੇ ਡਿਗਰੀ ਹੋਲਡਰ ਨੇ, ਉਹ ਪੜ੍ਹੇ ਲਿਖਿਆਂ ਨੂੰ ਤੁਸੀਂ ਮੇਲਿਆਂ 'ਚ ਕਹੋਗੇ ਕਿ ਮੇਲਿਆਂ 'ਚ ਆ ਜਾਓ। ਬਿਲਕੁਲ ਬਿਲਕੁਲ। ਔਰ ਇਹ ਬਹੁਤ ਖਤਰਨਾਕ ਰੁਝਾਨ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਇਨਸਾਨੀ ਐਂਗਲ ਤੋਂ। ਤੁਸੀਂ ਪੋਸਟਾਂ ਕੱਢੋ, ਫੈਕਟਰੀਆਂ ਪੋਸਟਾਂ ਕੱਢਣ, ਗਵਰਨਮੈਂਟਾਂ ਪੋਸਟ ਕੱਢਣ, ਉੱਥੇ ਅਪਲਾਈ ਕਰਨ ਤੇ ਉੱਥੇ ਜਾ ਕੇ ਤੁਸੀਂ ਬੰਦੇ ਸਿਲੈਕਟ ਕਰੋ ਜਿਹੜੇ ਵੀ ਨੇ ਤੁਹਾਡੇ ਸਾਹਮਣੇ। ਔਰ ਅੱਗੇ ਘੱਟੋ ਘੱਟ ਇਹ ਤਾਂ ਜਾਂਦੇ ਸੀ ਵੀ ਯੂਨੀਵਰਸਿਟੀਆਂ, ਟੈਕਨੀਕਲ ਯੂਨੀਵਰਸਿਟੀਆਂ ਦੇ ਵਿੱਚ ਬੰਦੇ ਆਪ ਫੈਕਟਰੀਆਂ ਚਲੀਆਂ ਜਾਂਦੀਆਂ ਸੀ। ਤੁਸੀਂ ਹੁਣ ਉਹ ਕਹਿੰਦੇ ਉਹ ਨਹੀਂ ਜਾਣਗੇ, ਤੁਸੀਂ ਉੱਥੇ ਆਓ, ਤੁਹਾਨੂੰ ਉੱਥੇ ਦੇਖਣ ਆਉਣਗੇ। ਹੁਣ ਸੁਖਬੀਰ ਵਾਲੀ ਮੈਨੇਜਮੈਂਟ ਕੀ ਲੱਗਦਾ ਤੁਹਾਨੂੰ ਕਿ ਕੈਪਟਨ ਅਮਰਿੰਦਰ ਕਰ ਰਿਹਾ? ਲੱਗਦਾ ਇਹੀ ਹੈ ਕਿ ਕੈਪਟਨ ਅਮਰਿੰਦਰ ਕੇਵਲ ਮੈਨੇਜਮੈਂਟ ਤੇ ਨੇ, ਉਹਨੂੰ ਹੁਣ ਲੱਗਣ ਲੱਗ ਗਿਆ। ਪਹਿਲਾਂ ਕੋਈ ਵਾਅਦਾ ਪੂਰਾ ਨਹੀਂ ਹੋਇਆ। ਕਿਸਾਨਾਂ ਦੇ ਕਰਜ਼ੇ ਦਾ ਸਵਾਲ ਸੀ, ਉਹ 4700 ਕਰੋੜ ਤੇ ਗੱਡੀ ਖੜੀ ਹੈ, 1 ਲੱਖ ਕਰੋੜ ਤੋਂ ਉੱਪਰ ਕਰਜ਼ਾ ਹੋ ਗਿਆ। 73000 ਕਰੋੜ ਉਦੋਂ ਸੀ ਜਦੋਂ ਮਾਰਚ 17 ਸੀ ਜੀ, ਉਦੋਂ ਸੀ। ਤੇ 4700 ਕਰੋੜ ਨਾਲ ਕਿਸਾਨ ਨਹੀਂ, ਰੋਜ਼ ਖੁਦਕਸ਼ੀਆਂ ਹੁਣ ਵੀ ਹੋ ਰਹੀਆਂ। ਔਰ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜਨ, ਬਾਰ-ਬਾਰ ਜਿੱਥੇ ਮਰਜ਼ੀ ਚਲੇ ਜਾਓ, ਜਿਨ੍ਹਾਂ ਦੇ ਮੁੰਡੇ ਓਵਰਡੋਜ਼ ਨਾਲ ਮਰਦੇ ਨੇ, ਉਹਨਾਂ ਨੂੰ ਪੁੱਛੋ ਨਸ਼ਾ ਕਿਵੇਂ ਮਿਲਦਾ। ਅਜੇ ਵੀ ਨਾ ਡਿਮਾਂਡ ਘਟੀ ਹੈ, ਨਾ ਸਪਲਾਈ ਘਟੀ, ਹੋਮ ਡਿਲੀਵਰੀ ਉਵੇਂ ਹੀ ਹੈ। ਤੇ ਕਿੱਥੇ ਤੁਸੀਂ ਲੱਕ ਤੋੜਤਾ। ਔਰ ਤੁਸੀਂ ਜਿਹੜੀ ਪਹਿਲੀ ਐਸਟੀਐਫ ਬਣਾਈ, ਪਹਿਲੀ ਐਸਟੀਐਫ ਦੀ ਰਿਪੋਰਟ ਤੁਸੀਂ ਹਾਈ ਕੋਰਟ ਦੇ ਖਾਤੇ ਕਿਸੇ ਤਰੀਕੇ ਪਾ ਕੇ ਉਹ ਡੰਪ ਕਰਤੀ, ਜਿਹਦੇ ਚ ਕੁਝ ਨਾਂ ਨਜ਼ਰ ਆਉਂਦੇ ਸੀ। ਔਰ ਇਹ ਹੋ ਸਕਦਾ ਹੈ ਕਿ ਵੋਟਾਂ ਵੇਲੇ ਤੱਕ ਉਹ ਵੀ ਕਿਵੇਂ ਨਾ ਕਿਵੇਂ ਕੱਢ ਲਈ ਜਾਵੇ, 1-2 ਬੰਦਿਆਂ ਨੂੰ ਕਰ ਲਈ ਜਾਵੇ। ਇਹ ਟੋਟਲ ਮੈਨੇਜਮੈਂਟ ਹੈ ਦੁਬਾਰਾ ਜਿੱਤਾ। ਇਸੇ ਕਰਕੇ ਅਮਰਿੰਦਰ ਸਿੰਘ ਜਦੋਂ ਤੋਂ ਇਹ ਕਹਿਣ ਲੱਗਿਆ ਨਾ ਮੈਂ ਅਗਲੀ ਇਲੈਕਸ਼ਨ ਵੀ ਲੜੂੰਗਾ, ਮੈਂ ਕਿਤੇ ਨਹੀਂ ਜਾ ਰਿਹਾ। ਪਿਛਲੇ ਵਾਰ ਉਹ ਕਹਿੰਦਾ ਸੀ ਮੇਰੀ ਲਾਸਟ ਇਲੈਕਸ਼ਨ ਹੈ, ਔਰ ਇਹ ਕਈ ਲੀਡਰਾਂ ਨੇ ਕਿਹਾ, ਬਾਦਲ ਸਾਹਿਬ ਨੇ ਵੀ ਕਿਹਾ, ਇਹਨਾਂ ਨੇ ਵੀ ਕਿਹਾ। ਤੇ ਉਦੋਂ ਬਾਅਦ ਬਾਰ-ਬਾਰ ਜਦੋਂ ਜੇ ਲੱਗਦਾ ਕਿ ਤੁੱਕਾ ਲੱਗ ਰਿਹਾ ਹੈ ਤਾਂ ਫਿਰ ਇਹ ਦੁਬਾਰਾ ਜਾਗ ਜਾਂਦਾ, ਦੁਬਾਰਾ ਫਿਰ ਜ਼ਿਆਦਾ ਸੁਪਨਾ ਉਸੇ ਲੈਵਲ ਤੇ। ਔਰ ਚੀਫ ਮਿਨਿਸਟਰ ਨੇ ਕਦੇ ਵੀ ਪਬਲਿਕ 'ਚ ਵਿਚਰ ਕੇ ਜਾਂ ਪਬਲਿਕ ਦੇ ਸਰੋਕਾਰਾਂ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਕੀਤੀ, ਕੋਈ ਬਹੁਤ ਵੱਡਾ ਕੋਈ ਸਟੈਂਡ ਨਹੀਂ ਲਿਆ ਉਸ ਮਾਮਲੇ ਦੇ ਉੱਤੇ, ਇਹਨਾਂ ਮਾਮਲਿਆਂ ਦੇ ਉੱਤੇ। ਹੁਣ ਉਹਨਾਂ ਨੂੰ ਲੱਗਦਾ ਕਿ ਕੇਵਲ ਭਾਵਨਾ ਦੇ ਸੌਦੇ ਨੇ, ਇਸ ਲਈ ਆਰਡੀਨੈਂਸਾਂ ਤੇ ਸਟੈਂਡ ਲੈ ਲਓ,
ਥੋੜਾ ਜਿਹਾ ਉਦੋਂ ਤੱਕ ਕੋਈ ਫਰਕ ਨਹੀਂ ਪੈਣਾ, 1.5 ਸਾਲ ਕੱਢ ਲਓ। ਇਸੇ ਕਰਕੇ ਡੇਰਾ ਮੁਖੀ ਤੋਂ ਪੁੱਛਗਿੱਛ ਕਰਾ ਲਓ ਤੇ ਸਿੱਖ ਸੈਂਟੀਮੈਂਟਸ ਨੂੰ ਪ੍ਰਭਾਵਿਤ ਕਰ ਲਓ ਤੇ ਹੌਲੀ ਹੌਲੀ ਨਸ਼ਿਆਂ ਵਾਲੀ ਉਹ ਰਿਪੋਰਟ ਵੀ ਜਿਹੜੀ ਠੰਡੇ ਬਸਤੇ ਦੇ ਵਿੱਚ ਕੱਢ ਲਓ, ਬਾਹਰ ਆ ਸਕਦੀ ਹੈ। ਏਮ ਕੇਵਲ ਤੇ ਕੇਵਲ 2022 ਹੈ, ਇਨਸਾਫ ਪਸੰਦਤਾ ਨਹੀਂ ਹੈ। ਔਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਰਹੇ ਮੈਂ ਬਦਲਾ ਲਊ ਭਾਵਨਾ ਨਾਲ ਕੰਮ ਨਹੀਂ, ਹਾਂ ਨਹੀਂ ਇਹ ਵੀ ਕਹਿੰਦੇ ਰਹੇ ਕਿ ਜੀ ਮੇਰੇ ਕੋਲ ਟਾਈਮ ਮੈਂ ਕਿਵੇਂ ਦੇ ਸਕਦਾ, ਇਹ ਟਰਮ ਬੈਂਡ ਨਹੀਂ ਕਰਨਾ। ਪਹਿਲਾਂ ਤੁਸੀਂ ਟਾਈਮ ਦੇ ਸਕਦੇ ਸੀ ਇਲੈਕਸ਼ਨ ਤੋਂ ਪਹਿਲਾਂ, 4-4 ਹਫ਼ਤੇ ਕਿਹਾ ਕਿ 4 ਹਫ਼ਤੇ, ਹੁਣ ਤੁਸੀਂ ਟਾਈਮ ਨਹੀਂ ਦੇ ਸਕਦੇ। ਔਰ ਇਹ ਸਾਰਾ ਹੀ ਮੈਨੂੰ ਲੱਗਦਾ ਸਾਡੇ ਪੋਲੀਟੀਸ਼ੀਅਨ ਜਿਹੜੇ ਨੇ ਅਸਲ ਦੇ ਵਿੱਚ ਉਹ ਕੋਈ ਇਹੋ ਜਿਹਾ ਜਜ਼ਬਾਤੀ ਮੁੱਦਾ ਚਾਹੁੰਦੇ ਨੇ ਜਿਹੜੇ ਜਜ਼ਬਾਤੀ ਮੁੱਦੇ ਦੇ ਕੰਧਾੜੇ ਚੜ੍ਹ ਕੇ ਸੱਤਾ ਤੇ ਪਹੁੰਚਿਆ ਜਾ ਸਕੇ। ਔਰ ਬਾਕੀ ਦੀਆਂ ਪਾਰਟੀਆਂ ਜਿਹੜੀਆਂ ਨੇ ਵਿਰੋਧੀ, ਉਹ ਅੰਦੋਲਨ ਨਹੀਂ ਉਸ ਲੈਵਲ ਤੇ ਲੋਕਾਂ ਦੇ ਸਰੋਕਾਰਾਂ ਤੇ ਕਰ ਪਾ ਰਹੀਆਂ ਤਾਂ ਕਿ ਉਹ ਮੁੱਦਾ ਐਡਾ ਵੱਡਾ ਮੁੱਦੇ ਦੇ ਤੌਰ ਤੇ ਖੜਾ ਹੋ ਜਾਏ ਕਿ ਦੂਜਾ ਮੁੱਦਾ ਨਾ ਉਹਦੇ ਪੈਰਲਲ ਖੜਾ ਹੋ ਸਕੇ। ਲੋਕ ਹਿੱਤ ਮੁੱਦੇ ਪਿੱਛੇ ਰਹਿ ਜਾਂਦੇ ਨੇ। ਲੋਕ ਜਨਤਕ ਜਥੇਬੰਦੀਆਂ ਤੇ ਵਿਰੋਧੀ ਧਿਰ ਦੇ ਜਿਹੜੇ ਬਾਕੀ ਲੋਕ ਨੇ, ਜਿਹੜੇ ਇਹ ਦੋ ਵੱਡੀਆਂ ਧਿਰਾਂ ਤੋਂ ਵੀ ਇਲਾਵਾ ਵੀ ਲੋਕ ਨੇ, ਇਹ ਉਹਨਾਂ ਦੀ ਵੀ ਡਿਫੀਟ ਹੈ ਇੱਕ ਟਾਈਪ ਦੀ, ਕਿਉਂਕਿ ਕਿਸਾਨ ਲੋਕਾਂ ਦੇ ਰੀਅਲ ਮੁੱਦਿਆਂ ਤੇ ਲੋਕਾਂ ਨੂੰ ਆਰਗੇਨਾਈਜ਼ ਕਰਕੇ ਕੋਈ ਵੱਡੀ ਅਲਟਰਨੇਟਿਵ ਪ੍ਰੋਗਰਾਮ ਆਧਾਰਿਤ ਸਿਆਸਤ ਦੇਣ 'ਚ ਨਾਕਾਮ ਨੇ। ਜਦੋਂ ਧਰਮ ਦਾ ਮਸਲਾ ਵੱਡਾ ਹੋ ਜਾਵੇ, ਜਦੋਂ ਸਾਡੇ ਜਜ਼ਬਾਤਾਂ ਦਾ ਮਸਲਾ ਵੱਡਾ ਹੋ ਜਾਵੇ, ਫਿਰ ਅਸੀਂ ਸਮਾਜਿਕ ਸਰੋਕਾਰਾਂ ਨੂੰ ਭੁੱਲ ਬੈਠਦੇ ਹਾਂ। ਸੋ ਇਸ ਲਈ ਇਹ ਗੱਲਾਂ ਰਾਜਨੀਤਿਕ ਧਿਰਾਂ ਸਮਝਦੀਆਂ ਨੇ। ਸੋ ਜਿਹੜੀ ਮੈਨੇਜਮੈਂਟ ਕਿਸੇ ਸਮੇਂ ਕਹਿੰਦੀ ਸੀ ਸੁਖਬੀਰ ਕਰਨ 'ਚ ਮਾਹਰ ਹੈ, ਅਮੀਰ ਸਿੰਘ ਭਾਜੀ ਉਹਨਾਂ ਦਾ ਮੰਨਣਾ ਕਿ ਇਸ ਵਾਰ ਉਸੇ ਮੈਨੇਜਮੈਂਟ ਦੇ ਰਾਹ ਦੇ ਉੱਤੇ ਕੈਪਟਨ ਅਮਰਿੰਦਰ ਪੈ ਗਏ ਨੇ। ਉਹ ਇੱਕ ਪਾਸੇ 3 ਆਰਡੀਨੈਂਸਾਂ ਦਾ ਕੇਂਦਰ ਵਾਲਿਆਂ ਦਾ ਵਿਰੋਧ ਕਰਕੇ ਕਿਸਾਨੀ ਵੋਟ ਬੈਂਕ ਹਾਸਲ ਕਰਨਾ ਚਾਹੁੰਦੇ ਨੇ ਕਿ ਮੈਂ ਕਿਸਾਨ ਹਿਤੈਸ਼ੀ ਹਾਂ, ਤੇ ਦੂਏ ਪਾਸੇ ਬੇਅਦਬੀ ਮਾਮਲਿਆਂ ਦੇ ਸਹਾਰੇ ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਸਿੱਖ ਵੋਟ ਸਾਰੀ ਮੇਰੇ ਨਾਲ ਆ ਜਾਏਗੀ। ਤੇ ਫਿਰ ਜਿਵੇਂ ਅਮੀਰ ਸਿੰਘ ਭਾਜੀ ਦਾ ਕਹਿਣਾ ਕਿ ਆਉਂਦੇ ਸਮੇਂ 'ਚ ਹੋ ਸਕਦਾ ਨਸ਼ੇ ਵਾਲੀ ਰਿਪੋਰਟਾਂ ਦੇ ਮਾਮਲੇ 2-4 ਵੱਡੇ ਨਾਂ ਲੈ ਕੇ ਉਹ ਮਸਲਾ ਵੀ ਸਾਹਮਣੇ ਲਿਆਂਦਾ ਜਾ ਸਕਦਾ। ਸੋ ਮਿਸ਼ਨ ਸਿਰਫ 2022 ਹੈ ਤੇ ਉਹਦੇ ਤਹਿਤ ਤੁਹਾਡੀਆਂ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਜਾਰੀ ਹੈ। ਤੇ ਫਿਰ ਵੀ ਇਸ ਹਨੇਰੇ ਵਿੱਚ ਵੀ ਅਸੀਂ ਚਾਨਣ ਦੀ ਉਮੀਦ ਕਰਦੇ ਹਾਂ ਕਿ ਸ਼ਾਇਦ ਅਸਲ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਹੀ ਜਾਵੇ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।